सतगुर की जिसनु मत आवे सो सतगुर माहे समाना। एह वाणी जो जियो जाने तिस अंतर रवे हर नाम। बाणी गुरु गुरु है बाणी विच बाणी अमृत सारे। गुर बाणी कहे सेवक जन मानै। पर तख गुरु निस्तारै बाणी बिरलो विचारसी। जे को गुरुमुख होए एह बाणी महापुरख की। निज घर वास होए। मारू महल्ला नौवा। अब मैं कहाँ करूं री माई। सगल जन्म बिखेन स्यों खोया। सिमरियो नाहे कनाई। काल भास जब घर में मेली तेह सुध सब बिसराई। राम नाम बिन या संकट में को अब होत सहाई। जो संपत अपनी कर मानी छिन में पई पराई। कहो नानक यह सोच रही मन हर जस कबहू ना गाई। जो संपत अपनी कर मानी छिन में पई पराई। कहो नानक यह सोच रही मन हर जस कबहू ना गाई।
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਪਾਵਨ ਸ਼ਬਦ ਦੀ ਵਿਚਾਰ ਭਾਈ ਬਲਦੇਵ ਸਿੰਘ ਜੀ ਹੈਡ ਗ੍ਰੰਥੀ ਸਾਹਿਬ ਗੁਰਦੁਆਰਾ ਨਾਨਕ ਪਿਓ ਸਾਹਿਬ ਆਪ ਜੀ ਨੂੰ ਸਰਵਣ ਕਰਵਾਉਣਗੇ। 27 ਤਰੀਕ 27 ਅਪ੍ਰੈਲ ਗੁਰਮੁਖੀ ਦਿਵਸ ਮਨਾਇਆ ਜਾ ਰਿਹਾ ਹੈ। ਸਵੇਰੇ 9 ਵਜੇ ਤੋਂ ਲੈ ਕੇ 2 ਵਜੇ ਤੱਕ ਗੁਰਦੁਆਰਾ ਬੰਗਲਾ ਸਾਹਿਬ ਨਿਸ਼ਾਨ ਸਾਹਿਬ ਦੇ ਪਾਸ ਗੁਰਮੁਖੀ ਪੜ੍ਹਾਈ ਜਾਵੇਗੀ। ਗੁਰਮੁਖੀ ਦੇ ਸੰਬੰਧੀ ਲਿਟਰੇਚਰ ਵੰਡਿਆ ਜਾਵੇਗਾ। ਗੁਰਮੁਖੀ ਪ੍ਰਤੀ ਜਾਗਰੂਕਤਾ ਦੇ ਯਤਨ ਕੀਤੇ ਜਾਣਗੇ। ਫਿਰ ਸ਼ਾਮ ਨੂੰ ਸੋਦਰ ਦੇ ਪਾਠ ਤੋਂ ਲੈ ਕੇ ਰਾਤ 11 ਵਜੇ ਤੱਕ ਵਿਸ਼ੇਸ਼ ਦੀਵਾਨ ਸਜਣਗੇ। ਕੀਰਤਨ ਦਰਬਾਰ ਹੋਵੇਗਾ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਸੇਵਾ ਕਰਕੇ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਸਤਨਾਮ ਵਾਹਿਗੁਰੂ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੇ ਜਨ ਨਾਨਕ ਜਿਹਾ ਤੂੰ ਕਰਾਹੇ ਤੇਹਾ ਹਉ ਕਰੇ ਵਖਿਆਨ। ਬੇਸ਼ੁਮਾਰ ਅਥਾ ਅਗਨਤ ਅਤੁਲ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਯਾਰਾ ਜਹੂਰ ਹਾਜ਼ਰਾ ਹਜੂਰ ਸਰਬ ਕਲਾ ਭਰਪੂਰ ਚਵਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਬਿਰਾਜਮਾਨ ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ। ਆਪ ਜੀ ਵਡਭਾਗੇ ਹੋ। ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਬੈਠ ਕਰਕੇ ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰਦੇ ਹੋਏ ਆਪਣਾ ਜਨਮ ਸਫਲ ਬਣਾ ਰਹੇ ਹੋ। ਸਾਰੇ ਮਿਲ ਕੇ ਬੜੇ ਪਿਆਰ ਸਤਿਕਾਰ ਦੇ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੇ ਹੀ ਪਿਆਰ ਦੇ ਨਾਲ ਆਪ ਜੀਆਂ ਨੇ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੈਡ ਗ੍ਰੰਥੀ ਸਾਹਿਬ ਪਾਸੋਂ ਪਾਵਨ ਸ਼ਬਦ ਸਰਵਣ ਕੀਤਾ ਹੈ। ਇਹ ਪਾਵਨ ਸ਼ਬਦ 9ਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਉਚਾਰਿਆ ਹੋਇਆ ਹੈ। ਮਾਰੂ ਰਾਗ ਦੇ ਅੰਦਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1008 ਅੰਗ ਤੇ ਸੁਭਾਏਮਾਨ ਹੈ। ਸਤਿਗੁਰੂ ਜੀ ਇਸ ਪਾਵਨ ਸ਼ਬਦ ਦੇ ਵਿੱਚ ਸਮਝਾਉਂਦੇ ਨੇ ਕਿ ਮਨੁੱਖ ਨੂੰ ਇਹ ਜਿਹੜਾ ਜਨਮ ਮਿਲਿਆ ਹੈ ਪਰਮਾਤਮਾ ਦੀ ਬੜੀ ਵੱਡੀ ਬਖਸ਼ਿਸ਼ ਹੋਈ ਹੈ।
ਔਰ ਇਹ ਜਿਹੜਾ ਜਨਮ ਹੈ ਉਸ ਪਰਮਾਤਮਾ ਨਾਲ ਅਭੇਦ ਹੋਣ ਵਾਸਤੇ ਮਿਲਿਆ ਹੈ। ਪਰਮਾਤਮਾ ਦੀ ਬੰਦਗੀ ਕਰਨ ਵਾਸਤੇ, ਪ੍ਰਭੂ ਦਾ ਨਾਮ ਜਪਣ ਵਾਸਤੇ। ਤੇ ਤਿੰਨ ਅਵਸਥਾ ਮਨੁੱਖ ਦੇ ਉੱਤੇ ਆਉਂਦੀਆਂ ਨੇ। ਪਹਿਲੀ ਬਾਲ ਅਵਸਥਾ ਏ, ਦੂਜੀ ਅਵਸਥਾ ਏ ਜਵਾਨੀ ਦੀ, ਤੀਜੀ ਹੈ ਬੁਢੇਪੇ ਦੀ, ਬਿਰਧ ਅਵਸਥਾ। ਮਨੁੱਖ ਅਵੇਸਲਾ ਹੋ ਕੇ ਬਚਪਨ ਵੀ ਗਵਾ ਲੈਂਦਾ ਹੈ, ਜਵਾਨੀ ਵੀ ਗਵਾ ਲੈਂਦਾ ਹੈ, ਬੁਢੇਪਾ ਆ ਜਾਂਦਾ ਹੈ, ਫਿਰ ਵੀ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ। ਜਦੋਂ ਸਾਹਮਣੇ ਮੌਤ ਦਿਸਦੀ ਹੈ ਫਿਰ ਇਹ ਬੜਾ ਪਛਤਾਉਂਦਾ ਹੈ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਇਸ ਪਾਵਨ ਸ਼ਬਦ ਦੇ ਵਿੱਚ ਜੋ ਗਿਆਨ ਬਖਸ਼ ਰਹੇ ਹਨ, ਆਓ ਇਸ ਪਾਵਨ ਸ਼ਬਦ ਨਾਲ ਜੁੜ ਕੇ ਸਤਿਗੁਰੂ ਜੀ ਦੇ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾਈਏ। ਮਾਰੂ ਮਹੱਲਾ ਨੌਵਾਂ। ਅਬ ਮੈਂ ਕਹਾਂ ਕਰੂੰ ਰੀ ਮਾਈ, ਸਗਲ ਜਨਮ ਬਿਖਿਆਨ ਸਿਉ ਖੋਇਆ, ਸਿਮਰਿਓ ਨਾਏ ਕਨਾਈ। ਰਹਾਉ। ਸਤਿਗੁਰੂ ਜੀ ਆਖਦੇ ਨੇ ਕਿ ਹੇ ਮਾਂ, ਵੇਲਾ ਵਿਆਹ ਜਾਣ ਤੇ, ਸਮਾਂ ਬੀਤ ਜਾਣ ਤੇ ਮੈਂ ਕੀ ਕਰ ਸਕਦਾ। ਕਹਿਣ ਦਾ ਭਾਵ ਹੈ ਕਿ ਜਿਹੜਾ ਮਨੁੱਖ ਸਾਰਾ ਜੀਵਨ ਵਿਅਰਥ ਹੀ ਗਵਾ ਲੈ, ਪਰਮਾਤਮਾ ਦਾ ਸਿਮਰਨ ਨਾ ਕਰੇ, ਪ੍ਰਭੂ ਦੀ ਬੰਦਗੀ ਨਾ ਕਰੇ, ਉਹ ਫਿਰ ਅੰਤ ਸਮੇਂ ਜਾ ਕੇ ਕੁਝ ਨਹੀਂ ਕਰ ਸਕਦਾ। ਪੱਲੇ ਕੇਵਲ ਪਛਤਾਵਾ ਰਹਿ ਜਾਂਦਾ ਹੈ। ਪੱਲੇ ਕੇਵਲ ਉਹਦੇ ਪਛਤਾਵਾ ਹੁੰਦਾ ਵਾ, ਹੋਰ ਕੁਝ ਨਹੀਂ ਹੁੰਦਾ। ਕਿਉਂਕਿ ਸੋਹਣਾ ਜਨਮ ਦਿੱਤਾ ਪਰਮਾਤਮਾ ਨੇ, 84 ਦਾ ਸ਼੍ਰੋਮਣੀ। ਇਹ ਸਰਦਾਰੀ ਤੇਰੀ, ਜਿੱਦਾਂ ਕਹਿ ਲਓ ਵੀ 84 ਦਾ ਜਿਹੜੀ ਪੌੜੀ ਹੈ 84 ਦੀ, ਉਹਦਾ ਉੱਪਰਲਾ ਡੰਡਾ ਏ। ਜਿੱਦਾਂ ਆਪਾਂ ਪੌੜੀ ਦੇ ਉੱਪਰਲੇ ਡੰਡੇ ਤੋਂ ਦੂਜਾ ਕਦਮ ਵਧਾ ਕੇ ਮਕਾਨ ਦੀ ਛੱਤ ਤੇ ਪਹੁੰਚਦੇ ਹਾਂ, ਇਸੇ ਤਰ੍ਹਾਂ ਇਹ ਮਨੁੱਖਾ ਜਨਮ ਤੋਂ ਸਿਮਰਨ ਕਰਕੇ, ਬੰਦਗੀ ਕਰਕੇ ਪਰਮਾਤਮਾ ਵਿੱਚ ਲੀਨ ਹੋਣਾ ਹੈ। ਪਰ ਕੀ ਕੀਤਾ ਮਨੁੱਖ ਨੇ? ਸਮਾਂ ਬੀਤ ਗਿਆ ਹੈ, ਹੁਣ ਪਛਤਾਵਾ ਰਹਿ ਗਿਆ। 12 ਬਰਸ ਬਾਲਪਨ ਬੀਤੇ, 20 ਬਰਸ ਕਛ ਤਪ ਨਾ ਕੀਓ, 30 ਬਰਸ ਕਛ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਭਇਓ। ਕਹਿੰਦੇ ਕੁਝ ਤਾਂ ਬਚਪਨ ਵਿੱਚ ਬੀਤ ਗਏ, ਕੁਝ ਜਵਾਨੀ ਵਿੱਚ ਬੀਤ ਗਏ, ਕਰਦਿਆਂ ਕਰਦਿਆਂ 60-62 ਸਾਲ ਦੀ ਉਮਰ ਹੋ ਗਈ ਹੈ ਤੇ ਹੁਣ ਪਛਤਾਉਂਦਾ ਵਾ ਕਿ ਪ੍ਰਮਾਤਮਾ ਦਾ ਮੈਂ ਭਜਨ ਨਹੀਂ ਕੀਤਾ। ਸਾਹਮਣੇ ਇਹਨੂੰ ਦਿਸ ਰਿਹਾ ਵੀ ਹੁਣ ਮੇਰਾ ਸਮਾਂ ਆਉਂਦਾ ਜਾਂਦਾ ਹੈ ਸੰਸਾਰ ਤੋਂ ਜਾਣ ਦਾ। ਪਰ ਗੁਰਮਤਿ ਕਹਿੰਦੀ ਕੋਈ ਗੱਲ ਨਹੀਂ, ਜੇ ਤੂੰ ਪਹਿਲਾਂ ਨਹੀਂ ਜਪਿਆ ਤੇ ਹੁਣ ਹੀ ਜਪ ਲੈ। ਜੇ ਤੂੰ ਪਹਿਲਾਂ ਪ੍ਰਮਾਤਮਾ ਦਾ ਸਿਮਰਨ ਨਹੀਂ ਕੀਤਾ ਤੇ ਹੁਣ ਹੀ ਜਪ ਲੈ। ਫਰੀਦਾ ਕਾਲੀ ਜਿਨੀ ਨਾ ਰਾਵਿਆ, ਧੌਲੀ ਰਾਵੇ ਕੋਏ, ਕਰ ਸਾਈਂ ਸਿਉ ਪਿਰਹੜੀ, ਰੰਗ ਨਵੇਲਾ ਹੋਏ। ਤੂੰ ਹੁਣ ਅੰਤ ਸਮਾਂ ਤੇਰਾ ਦਿਸ ਰਿਹਾ ਹੈ, ਤੇਰੇ ਉੱਤੇ ਬਿਰਧ ਅਵਸਥਾ ਏ। ਜੇ ਹੁਣ ਵੀ ਚਿੱਤ ਜੋੜ ਲਏਗਾ ਤੇ ਤੇਰਾ ਪਾਰ ਉਤਾਰਾ ਹੋ ਜਾਏਗਾ। ਪਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਹੀ ਆਖਦੀ ਹੈ, ਅਬ ਨਾ ਭਜਸ ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਈ। ਜਦੋਂ ਅੰਤ ਆ ਗਿਆ ਤੇਰੇ ਤੋਂ ਸਿਮਰਿਆ ਨਹੀਂ ਜਾਣਾ। ਜੇ ਤੂੰ ਹੁਣ ਪਰਮਾਤਮਾ ਦਾ ਸਿਮਰਨ ਨਹੀਂ ਕਰਦਾ ਤੇ ਕਦੋਂ ਕਰੇਂਗਾ? ਸਾਰੀ ਉਮਰ ਵਿਸ਼ੇ ਵਿਕਾਰਾਂ ਵਿੱਚ ਲੱਗ ਕੇ ਗਵਾ ਲਈ, ਪਰਮਾਤਮਾ ਦਾ ਸਿਮਰਨ ਨਹੀਂ ਕੀਤਾ। ਜਿਸ ਤਰ੍ਹਾਂ ਆਪਾਂ ਸਾਰਾ ਦਿਨ ਕੋਈ ਸੋਚ ਸੋਚਦੇ ਰਹੀਏ ਤੇ ਰਾਤ ਨੂੰ ਸੁਪਨੇ ਵੀ ਉਹੋ ਜਿਹੇ ਆਉਂਦੇ ਨੇ। ਮਨੁੱਖ ਮਾਇਆ ਦੀਆਂ ਸੋਚਾਂ ਸੋਚੇ, ਕਵੇ ਵੀ ਮੈਨੂੰ ਸੁਪਨੇ ਧਾਰਮਿਕ ਆਉਣ, ਇਹ ਨਹੀਂ ਹੋ ਸਕਦਾ। ਤੂੰ ਦਿਨ ਸਮੇਂ ਗੁਰਬਾਣੀ ਪੜ੍ਹ, ਦਿਨ ਸਮੇਂ ਸੰਗਤ ਵਿੱਚ ਬੈਠ ਕੇ ਪ੍ਰਮਾਤਮਾ ਦੀ ਸਿਫਤ ਸਲਾਹ ਕਰ,
ਤੇ ਜਦੋਂ ਸੁੱਤਾ ਹੋਵੇਂਗਾ ਸੁਪਨੇ ਵਿੱਚ ਵੀ ਤੂੰ ਪ੍ਰਮਾਤਮਾ ਦਾ ਹੀ ਨਾਮ ਜਪ ਰਿਹਾ ਹੋਵੇਂਗਾ। ਪਰ ਮਨੁੱਖ ਅਵੇਸਲਾ ਹੋ ਜਾਂਦਾ ਹੈ। ਸਤਿਗੁਰੂ ਕਹਿੰਦੇ ਇਹ ਤਿੰਨ ਅਵਸਥਾ ਨੇ। ਜਦੋਂ ਮਨੁੱਖ ਸੰਸਾਰ ਤੇ ਆਉਂਦਾ ਹੈ ਤੇ ਜਦੋਂ ਸੰਸਾਰ ਤੋਂ ਜਾਂਦਾ ਹੈ, ਇਹਦਾ ਨਕਸ਼ਾ ਗੁਰਬਾਣੀ ਦੇ ਵਿੱਚ ਪੇਸ਼ ਕੀਤਾ। ਕਹਿਣ ਲੱਗੇ ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੇ ਜਾਤ, ਸਤਵੇਂ ਸਾਂਝ ਕੀਆ ਘਰ ਵਾਸ, ਅੱਠਵੇਂ ਕ੍ਰੋਧ ਹੋਆ ਤਨ ਨਾਸ, ਨਾਵੇਂ ਧੌਲੇ ਉਭੇ ਸਾਹ, ਦਸਵੇਂ ਦੱਦਾ ਹੋਆ ਸਵਾ। ਸੰਸਾਰ ਤੇ ਆਉਂਦਾ ਹੈ, ਪਰਮਾਤਮਾ ਨਾਲੋਂ ਲਿਵ ਟੁੱਟਦੀ ਹੈ, ਰੋਂਦਾ ਕਰਲਾਉਂਦਾ ਹੈ। ਮਾਂ ਪਾਸੋਂ ਇਹਨੂੰ ਦੁੱਧ ਦੀ ਪ੍ਰਾਪਤੀ ਹੁੰਦੀ, ਦੁੱਧ ਨਾਲ ਪਿਆਰ ਬਣ ਜਾਂਦਾ ਹੈ। ਫਿਰ ਮਾਤਾ ਪਿਤਾ ਨੂੰ ਪਛਾਣਦਾ ਹੈ, ਫਿਰ ਰਿਸ਼ਤੇਦਾਰੀਆਂ ਦੀ ਪਛਾਣ ਕਰਦਾ ਹੈ, ਫਿਰ ਖੇਡਣ ਵਿੱਚ ਰੁਚੀ ਵੱਧ ਜਾਂਦੀ ਹੈ, ਖਾਣ ਪੀਣ ਵਾਲੇ ਪਦਾਰਥਾਂ ਨਾਲ ਇਹਦਾ ਪ੍ਰੇਮ ਹੋ ਜਾਂਦਾ ਹੈ, ਵਿਕਾਰ ਇਹਦੇ ਉੱਤੇ ਪ੍ਰਭਾਵ ਪਾਉਂਦੇ ਨੇ। ਫਿਰ ਇਹਦਾ ਵਿਆਹ ਹੁੰਦਾ ਹੈ, ਆਨੰਦ ਕਾਰਜ ਹੁੰਦਾ ਹੈ, ਫਿਰ ਪਰਿਵਾਰ ਵੱਧਦਾ ਹੈ। ਕਾਮ ਆਦ ਵਿਕਾਰ ਪਹਿਲਾਂ ਹੀ ਸੀ, ਕ੍ਰੋਧ ਵੀ ਨਾਲ ਉਪਜ ਗਿਆ, ਤੇ ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਢਾਲੈ। ਇਹਦਾ ਸਰੀਰ ਛਿਜਣਾ ਸ਼ੁਰੂ ਹੋ ਜਾਂਦਾ ਹੈ, ਜਿਹੜੇ ਕਾਲੇ ਕੇਸ ਨੇ ਉਹ ਚਿੱਟੇ ਹੋ ਜਾਂਦੇ ਨੇ। ਇੱਕ ਸਮਾਂ ਆਉਂਦਾ ਹੈ ਆਤਮਾ ਉਡਾਰੀ ਮਰ ਜਾਂਦਾ ਹੈ, ਇਹ ਸਰੀਰ ਇੱਥੇ ਪਿਆ ਹੁੰਦਾ ਹੈ, ਮਿੱਟੀ ਹੋ ਜਾਂਦਾ ਹੈ। ਇਹਨੂੰ ਸ਼ਮਸ਼ਾਨ ਭੂਮੀ ਵਿੱਚ ਲੈ ਜਾਂਦੇ ਨੇ, ਉੱਥੇ ਜਾ ਕੇ ਅਗਨ ਭੇਟ ਕਰ ਦਿੰਦੇ ਨੇ। ਇਸ ਤਰ੍ਹਾਂ ਮਨੁੱਖ ਸਵਾਹ ਦੀ ਢੇਰੀ ਹੋ ਜਾਂਦਾ ਹੈ। ਸਤਿਗੁਰੂ ਕਹਿੰਦੇ ਕਿਉਂ ਨਹੀਂ ਉਸ ਪਰਮਾਤਮਾ ਦਾ ਸਿਮਰਨ ਕਰਦਾ। ਸਤਿਗੁਰੂ ਜਿਨੀ ਨਾ ਸੇਵਿਓ ਸੇ ਕਿਤ ਆਏ ਸੰਸਾਰ। ਜਿਨ੍ਹਾਂ ਨੇ ਗੁਰੂ ਗੁਰੂ ਨਹੀਂ ਜਪਿਆ ਉਹ ਸੰਸਾਰ ਤੇ ਕਾਹਦੇ ਵਾਸਤੇ ਆਏ, ਭਾਵ ਉਹਨਾਂ ਦਾ ਆਉਣਾ ਵਿਅਰਥ ਹੈ। ਜਿਨ੍ਹਾਂ ਨੇ ਇੱਥੇ ਆ ਕੇ ਗੁਰੂ ਗੁਰੂ ਨਹੀਂ ਜਪਿਆ, ਗੁਰੂ ਦੇ ਉਪਦੇਸ਼ ਦੀ ਕਮਾਈ ਨਹੀਂ ਕੀਤੀ, ਜਮਦਰ ਬੱਧੇ ਮਾਰੀਐ ਕੂਕ ਨਾ ਸੁਣੇ ਪੁਕਾਰ। ਜਮ ਦੀ ਨਗਰੀ ਵਿੱਚ ਫਿਰ ਉਹਨਾਂ ਨੂੰ ਮਾਰ ਪੈਂਦੀ ਹੈ, ਕੋਈ ਉੱਥੇ ਪੁਕਾਰ ਸੁਣਨ ਵਾਲਾ ਨਹੀਂ ਹੁੰਦਾ। ਇਸ ਵਾਸਤੇ ਸਤਿਗੁਰੂ ਕਹਿੰਦੇ ਤੂੰ ਪਰਿਵਾਰ ਦੇ ਮੋਹ ਵਿੱਚ ਲੱਗ ਕੇ, ਇਹਨਾਂ ਵਸਤੂਆਂ ਦੇ ਮੋਹ ਵਿੱਚ ਲੱਗ ਕੇ ਪਰਮਾਤਮਾ ਨੂੰ ਭੁਲਾ ਦਿੱਤਾ ਹੈ। ਉਸ ਪਰਮਾਤਮਾ ਨੂੰ ਯਾਦ ਕਰ ਜਿਹਨੇ ਤੈਨੂੰ ਮਨੁੱਖਾ ਦੇਹੀ ਦਿੱਤੀ ਹੈ, ਜਿਹਨੇ ਤੈਨੂੰ ਮਨੁੱਖਾ ਦੇਹੀ ਦੇ ਕੇ ਸੰਸਾਰ ਦੇ ਵਿੱਚ ਭੇਜਿਆ ਤੇ ਆਖਿਆ ਸੀ ਪਰਮਾਤਮਾ ਨੂੰ ਯਾਦ ਰੱਖੀ। ਇੱਕ ਨਿਮਰਤਾ ਤੇ ਇੱਕ ਨਾਮ, ਇਹ ਦੋ ਚੀਜ਼ਾਂ ਨਾ ਭੁੱਲੀ। ਇਹ ਸਾਡੇ ਮੰਗਣ ਤੋਂ ਬਿਨਾਂ ਹੀ ਪਰਮਾਤਮਾ ਨੇ ਸਾਨੂੰ ਆਖਿਆ ਸੀ ਕਿ ਇੱਕ ਨਿਮਰਤਾ ਤੇ ਦੂਜਾ ਪਰਮਾਤਮਾ ਦਾ ਨਾਮ ਇਹ ਯਾਦ ਰੱਖੀ। ਮਨੁੱਖ ਨੇ ਸੰਸਾਰ ਵਿੱਚ ਆ ਕੇ ਦੋਵੇਂ ਹੀ ਭੁਲਾ ਦਿੱਤੇ। ਇਹਦੇ ਕੋਲ ਨਿਮਰਤਾ ਵੀ ਨਾ ਰਹੀ, ਇਹਨੇ ਨਾਮ ਵੀ ਭੁਲਾ ਦਿੱਤਾ, ਵਿਕਾਰਾਂ ਨੇ ਪ੍ਰਭਾਵ ਪਾ ਲਿਆ। ਸਤਿਗੁਰੂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ ਜਿਸ ਕੰਮ ਵਾਸਤੇ ਤੂੰ ਆਇਆ ਸੀ ਉਹ ਕੰਮ ਨਹੀਂ ਕੀਤਾ। ਕਰਨੋ ਹੋਤੋ ਸੋ ਨਾ ਕੀਓ, ਪਰਿਓ ਲੋਭ ਕੈ ਫੰਦ। ਕਹਿੰਦੇ ਤੂੰ ਲੋਭ ਲਾਲਚ ਵਿੱਚ ਫਸ ਗਿਆ, ਤੈਨੂੰ ਲੋਭ ਦੀਆਂ ਫਾਹੀਆਂ ਪੈ ਗਈਆਂ। ਜਿਸ ਵਾਸਤੇ ਤੂੰ ਆਇਆ, ਜਿਹੜਾ ਕੰਮ ਕਰਨਾ ਸੀ, ਪਰਮਾਤਮਾ ਦਾ ਨਾਮ ਜਪਣਾ ਸੀ, ਉਹ ਕੰਮ ਤੂੰ ਕੀਤਾ ਨਹੀਂ। ਨਾਨਕ ਸਮਿਓ ਰਮ ਗਇਓ, ਅਬ ਕਿਉਂ ਰੋਵਤ ਅੰਧ। ਹੁਣ ਸਮਾਂ ਵਿਹਾ ਜਾਣ ਤੇ ਕਿਉਂ ਪਛਤਾਉਣਾ, ਕਿਉਂ ਰੋਣਾ ਏ? ਕਿਉਂ ਨਹੀਂ ਪਰਮਾਤਮਾ ਦਾ ਨਾਮ ਜਪਿਆ? ਕਿਉਂ? ਕਿਉਂਕਿ ਮਨ ਮਾਇਆ ਮੈਂ ਰਮ ਰਹਿਓ, ਨਿਕਸਤ ਨਾਹਿ ਨਮੀਤ। ਨਾਨਕ ਮੂਰਤ ਚਿਤਰ ਜਿਉ, ਛਾੜਤ ਨਾਹਿਨ ਭੀਤ। ਮਨ ਮਾਇਆ ਵਿੱਚ ਇਸ ਤਰ੍ਹਾਂ ਲੱਗਾ, ਇਸ ਤਰ੍ਹਾਂ ਪਕੜ ਬਣੀ ਜਿਵੇਂ ਦੀਵਾਰ ਦੇ ਉੱਤੇ ਕੋਈ ਮੂਰਤੀ ਚਿਤਰੀ ਹੋਵੇ, ਕੋਈ ਤਸਵੀਰ ਚਿਤਰੀ ਹੋਵੇ, ਤੇ ਉਹ ਦੀਵਾਰ ਨੂੰ ਨਹੀਂ ਛੱਡਦੀ, ਦੀਵਾਰ ਉਹਨੂੰ ਨਹੀਂ ਛੱਡਦੀ। ਇਸ ਤਰ੍ਹਾਂ ਮਾਇਆ ਦੀ ਪਕੜ ਬਣ ਗਈ ਤੇ ਪ੍ਰਮਾਤਮਾ ਚੇਤੇ ਨਾ ਆਇਆ, ਪ੍ਰਮਾਤਮਾ ਦਾ ਨਾਮ ਨਾ ਜਪਿਆ।
ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਵੀ ਇਹ ਸੋਹਣਾ ਸਰੀਰ ਦਿੱਤਾ, ਸਰੀਰ ਦੇ ਮਾਲਕਾ ਮੈਨੂੰ ਇੱਕ ਗੱਲ ਦੱਸ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕੈ, ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜਗ ਮੈਂ ਆਇਆ। ਹੋ ਸਕਦਾ ਹੈ ਸਰੀਰ ਨੇ ਅੱਗੋਂ ਆਖਿਆ ਹੋਵੇ ਵੀ ਮੈਂ ਤਾਂ ਬੜੇ ਕੰਮ ਕੀਤੇ ਨੇ, ਜਵਾਨੀ ਦੇ ਵਿੱਚ ਜਿਹੜਾ ਕਿਸੇ ਹੋਰ ਤੋਂ ਨਹੀਂ ਸੀ ਹੁੰਦਾ ਉਹ ਮੈਂ ਕਰਦਾ ਸੀ। ਤੇ ਅੱਗੋਂ ਫਿਰ ਸਵਾਲ ਆਇਆ ਵੀ ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਜਿਸ ਪਰਮਾਤਮਾ ਨੇ ਤੈਨੂੰ ਬਣਾਇਆ ਏ ਉਸ ਪਰਮਾਤਮਾ ਨੂੰ ਯਾਦ ਨਹੀਂ ਕੀਤਾ, ਉਹ ਪਰਮਾਤਮਾ ਹਿਰਦੇ ਵਿੱਚ ਨਹੀਂ ਵਸਿਆ। ਤੇ ਜਦੋਂ ਵੀ ਵਸਦਾ ਗੁਰੂ ਦੀ ਕਿਰਪਾ ਨਾਲ ਵਸਦਾ ਜੀ। ਗੁਰ ਕਿਰਪਾ ਤੇ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹੋ ਨਾਨਕੇ ਸਰੀਰ ਪ੍ਰਮਾਣ ਹੋਇਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਬਿਹਾਰ ਦੇ ਔਰੰਗ ਬਾਈ ਹੋਏ ਨੇ, ਬੜੇ ਗ੍ਰੰਥ ਪੜ੍ਹੇ ਉਹਨਾਂ ਨੇ, ਤੇ ਬਹਿਸਾਂ ਕਰਦੇ ਹੁੰਦੇ ਸਨ। ਜਿਹਦੇ ਨਾਲ ਬਹਿਸ ਕਰਨੀ ਉਹਦੇ ਵੀ ਗ੍ਰੰਥ ਲੈ ਲੈਣੇ। ਇੱਕ ਦਿਨ ਬੇੜੀ ਵਿੱਚ ਸਵਾਰ ਨੇ ਤੇ ਸਾਹਮਣੇ ਦੇਖਦੇ ਨੇ ਕੋਈ ਨਜ਼ਰ ਨਹੀਂ ਆ ਰਿਹਾ। ਦੂਰ ਇੱਕ ਬੇੜੀ ਦੇ ਵਿੱਚ ਭਗਵੇ ਕੱਪੜੇ ਵਾਲਾ ਕੋਈ ਦੇਖਿਆ, ਉਹਦੇ ਕੋਲ ਪਹੁੰਚੇ ਨੇ। ਉਹਨੂੰ ਜਾ ਕੇ ਕਹਿੰਦੇ ਵੀ ਤੁਸੀਂ ਮੈਨੂੰ ਪਛਾਣਿਆ ਨਹੀਂ? ਉਹ ਕਹਿੰਦਾ ਵੀ ਮੈਂ ਤੇ ਪਛਾਣਿਆ ਨਹੀਂ। ਉਹ ਕਹਿੰਦਾ ਮੈਂ ਔਰੰਗ ਬਾਈ ਆ। ਉਹ ਕਹਿੰਦੇ ਤੇਰੇ ਵਰਗੇ ਕਈ ਤੁਰੇ ਫਿਰਦੇ ਨੇ ਧਰਤੀ ਤੇ। ਕਹਿਣ ਲੱਗਾ ਮੈਂ ਬੜੇ ਗ੍ਰੰਥ ਪੜ੍ਹੇ, ਮੈਨੂੰ ਬੜੀ ਨੌਲੇਜ ਹੈ, ਮੈਂ ਕਈਆਂ ਨੂੰ ਜਿੱਤਿਆ। ਉਹ ਕਹਿਣ ਲੱਗੇ ਵੀ ਮੈਨੂੰ ਇੱਕ ਗੱਲ ਦੱਸ ਵੀ ਰਾਮ ਦਾ ਨਾਮ ਚੇਤੇ ਕੀਤਾ? ਕਹਿੰਦਾ ਉਹ ਤੇ ਨਹੀਂ ਕੀਤਾ। ਕਹਿਣ ਲੱਗੇ ਫਿਰ ਤੂੰ ਮੂਰਖ ਹੈ, ਜਿੰਨੇ ਮਰਜ਼ੀ ਗ੍ਰੰਥ ਪੜ੍ਹੀ ਜਾ, ਜਿੰਨਿਆਂ ਤੇ ਮਰਜ਼ੀ ਜਿੱਤ ਪਾ ਲੈ ਮਨੁੱਖਾਂ ਦੇ ਉੱਤੇ, ਜਿੰਨਾ ਚਿਰ ਤੂੰ ਪਰਮਾਤਮਾ ਦਾ ਨਾਮ ਚੇਤੇ ਨਹੀਂ ਕਰਦਾ ਤੂੰ ਜ਼ੀਰੋ ਹੈ। ਕਹਿਣ ਲੱਗੇ ਫਿਰ ਕੀ ਕਰਾਂ, ਅਬ ਮੈਂ ਕਾਂ ਕਰੂੰ ਰੀ ਮਾਈ, ਕੀ ਕਰਾਂ? ਮਨੁੱਖ ਸੋਚਦਾ ਜਦੋਂ ਮਨੁੱਖ ਕਿਸੇ ਬੰਨੇ ਕੋਈ ਢੋ ਨਹੀਂ ਢੁਕਦਾ, ਫਿਰ ਪਛਤਾ ਕੇ ਕਹਿੰਦਾ ਵੀ ਹੁਣ ਕੀ ਕਰਾਂ। ਉਹ ਕਹਿੰਦੇ ਰੱਬ ਨੂੰ ਚੇਤੇ ਕਰਿਆ ਕਰ। ਬੜੀ ਕੋਸ਼ਿਸ਼ ਕੀਤੀ ਕਿ ਚਿੱਤ ਜੁੜੇ ਨਾਮ ਦੇ ਵਿੱਚ। ਕੁਝ ਮਹੀਨੇ ਬਤੀਤ ਹੋਏ ਤੇ ਫੇਰ ਚਲੇ ਗਿਆ, ਜਾ ਕੇ ਉਹਦੇ ਪੈਰੀਂ ਪੈ ਗਿਆ। ਕਹਿੰਦਾ ਮੇਰਾ ਮਨ ਨਹੀਂ ਜੁੜਦਾ, ਮੈਨੂੰ ਕੋਈ ਜੁਗਤੀ ਦੱਸੋ। ਉਹਨੇ ਰੱਬ ਦੇ ਪਿਆਰੇ ਨੇ ਆਖਿਆ ਤੇਰੇ ਅੰਦਰੋਂ ਮੈਂ ਮੁੱਕ ਗਈ ਹੈ, ਤੇਰੇ ਅੰਦਰੋਂ ਹਉਮੈ ਚਲੇ ਗਈ ਹੈ, ਜਾ ਹੁਣ ਚਿੱਤ ਲਾਈ ਤੇ ਚਿੱਤ ਲੱਗ ਜਾਏਗਾ, ਨਾਮ ਦੇ ਵਿੱਚ ਚਿੱਤ ਜੁੜ ਜਾਏਗਾ। ਜਦੋਂ ਜੁਗਤੀ ਮਿਲ ਗਈ ਤੇ ਫਿਰ ਨਾਮ ਦੇ ਵਿੱਚ ਚਿੱਤ ਜੁੜ ਗਿਆ। ਜਦੋਂ ਵੀ ਕੁਝ ਪ੍ਰਾਪਤ ਹੁੰਦਾ ਏ ਤੇ ਗੁਰੂ ਦੇ ਰਾਹੀਂ ਹੁੰਦਾ ਏ, ਰੱਬ ਵੀ ਗੁਰੂ ਦੇ ਰਾਹੀਂ ਮਿਲਦਾ ਜੀ। ਕੋਈ ਮਨੁੱਖ ਕਵੇ ਵੀ ਮੈਂ ਬਲ ਕਰਕੇ ਰੱਬ ਨੂੰ ਪਕੜ ਲਵਾਂਗਾ, ਨਹੀਂ ਹੋ ਸਕਦਾ। ਮੈਂ ਮਾਇਆ ਦੇ ਨਾਲ ਖਰੀਦ ਲਵਾਂਗਾ, ਨਹੀਂ ਜੇ ਖਰੀਦਿਆ ਜਾਂਦਾ। ਮੈਂ ਚਤਰ ਬੜਾ ਵਾਂ, ਚਤਰਾਈ ਦੇ ਨਾਲ ਵਸ ਵਿੱਚ ਕਰ ਲਵਾਂਗਾ, ਤੇ ਉਹ ਇਸ ਤਰ੍ਹਾਂ ਵਸ ਵਿੱਚ ਨਹੀਂ ਜੇ ਆਉਂਦਾ। ਉਹ ਗੁਰੂ ਦੇ ਰਾਹੀਂ ਮਿਲਦਾ ਹੈ, ਜਦੋਂ ਗੁਰੂ ਦੇ ਉਪਦੇਸ਼ਾਂ ਦੀ ਕਮਾਈ ਕਰੀਏ। ਸਤਿਗੁਰੂ ਕਹਿੰਦੇ ਜੋ ਕਰਨਾ ਸੀ ਉਹ ਕੀਤਾ ਨਹੀਂ। ਆਹਰ ਸਭ ਕਰਦਾ ਫਿਰੈ, ਆਹਰ ਏਕ ਨਾ ਹੋਏ। ਨਾਨਕ ਜਿਤ ਆਹਰ ਜਗ ਉਧਰੈ, ਵਿਰਲਾ ਬੂਝੈ ਕੋਈ। ਸ਼ਬਦ ਇੱਕ ਹੀ ਹੈ, ਸਰੂਪ ਤਿੰਨੇ ਥਾਈਂ ਵੱਖ ਵੱਖ ਹੈ। ਪਹਿਲਾ ਜਿਹੜਾ ਆਹਰ ਹੈ ਉਹਦਾ ਰਾਰਾ ਮੁਕਤਾ ਏ, ਉਹਦੇ ਤੋਂ ਭਾਵ ਹੈ ਬਹੁ ਵਚਨ। ਆਹਰ ਸਭ ਕਰਦਾ ਫਿਰੇ, ਸਾਰੇ ਕੰਮ ਕਰਦਾ ਮਨੁੱਖ। ਔਖੇ ਤੋਂ ਔਖਾ ਕੰਮ ਇਹਦੇ ਤੋਂ ਕਰਵਾ ਲਓ, ਪਰ ਆਹਰ ਇੱਕ ਨਾ ਹੋਏ। ਇੱਥੇ ਔਂਕੜ ਆ ਗਿਆ। ਇੱਕ ਕੰਮ ਜਿਹਦੇ ਵਾਸਤੇ ਸੰਸਾਰ ਤੇ ਆਇਆ ਹੈ ਉਹ ਮਨੁੱਖ ਤੋਂ ਨਹੀਂ ਹੁੰਦਾ, ਉਹ ਇਹਨੂੰ ਬੜਾ ਔਖਾ ਲੱਗਦਾ ਹੈ। ਸਤਿਗੁਰੂ ਕਹਿੰਦੇ ਆਖਣ ਔਖਾ ਸਾਚਾ ਨਾਉ। ਵਾਕਈ ਜਿੱਦਾਂ ਗੁਰੂ ਸਾਹਿਬ ਜੀ ਕਹਿੰਦੇ ਵੀ ਮਨ ਟਿਕਾ ਕੇ ਜਪਣਾ ਬੜਾ ਔਖਾ ਹੈ, ਤੇ ਜਿਨ੍ਹਾਂ ਨੇ ਜਪ ਲਿਆ, ਜਿਨ੍ਹਾਂ ਦਾ ਮਨ ਟਿਕ ਗਿਆ, ਫਿਰ ਉਹਨਾਂ ਨੂੰ ਜੀਵਨ ਦੇ ਸਾਰੇ ਸੁੱਖ ਮਿਲ ਜਾਂਦੇ ਨੇ।
ਆਹਰ ਇੱਕ ਨਾ ਹੋਏ ਨਾਨਕ ਜਿਤ ਆਹਰ ਜਗ ਉਧਰੈ। ਇੱਥੇ ਹੁਣ ਰਾਰੇ ਨੂੰ ਸਿਹਾਰੀ ਆ ਗਈ। ਅਰਥ ਹੋ ਗਿਆ ਜਿਸ ਕੰਮ ਰਾਹੀਂ ਸੰਸਾਰ ਦਾ ਉਧਾਰ ਹੋਣਾ ਸੀ, ਵਿਰਲਾ ਬੁਝੇ ਕੋਏ, ਉਹਦੀ ਸਮਝ ਕਿਸੇ ਵਿਰਲੇ ਨੂੰ ਹੈ। ਮਨੁੱਖ ਹੋਰ ਬੜੇ ਕੰਮ ਕਰਦਾ ਹੈ, ਪਰ ਜਦੋਂ ਨਾਮ ਜਪਣ ਦੀ ਗੱਲ ਆਉਂਦੀ ਇਹਨੂੰ ਆਲਸ ਆ ਜਾਂਦਾ ਹੈ। ਸਾਰਾ ਜਨਮ ਇਸੇ ਤਰ੍ਹਾਂ ਗਵਾ ਦਿੰਦਾ ਹੈ, ਕੰਮਾਂ ਧੰਦਿਆਂ ਵਿੱਚ ਲੱਗ ਕੇ। ਤਿਆਰੀ ਪਹਿਲਾਂ ਕਰਨੀ ਸੀ। ਦੇਖੋ ਸਾਡੇ ਘਰਾਂ ਦੇ ਵਿੱਚ ਬੱਚੀਆਂ ਨੇ ਤੇ ਉਹਨਾਂ ਨੇ ਇੱਕ ਦਿਨ ਸਹੁਰੇ ਜਾਣਾ ਹੈ ਤੇ ਕੀ ਕਰਦੀਆਂ ਨੇ, ਉਹ ਕਸੀਦਾ ਵੀ ਕੱਢਦੀਆਂ ਨੇ, ਉਹ ਰਸੋਈ ਦਾ ਕੰਮ ਵੀ ਸਿੱਖਦੀਆਂ ਨੇ। ਤੇ ਜਦੋਂ ਉਹ ਸਾਰਾ ਚੱਜ ਅਚਾਰ ਸਿੱਖ ਕੇ ਸਹੁਰੇ ਜਾਂਦੀਆਂ ਨੇ ਤੇ ਫਿਰ ਉਹਨਾਂ ਨੂੰ ਉੱਥੇ ਸ਼ਾਬਾਸ਼ ਮਿਲਦੀ ਹੈ। ਕਹਿੰਦੇ ਇਹ ਬੱਚੀ ਬੜੀ ਗੁਣਵਾਨ ਹੈ, ਇਹ ਸੁਚੱਜੀ ਹੈ। ਤੇ ਜੇ ਕੁਝ ਸਿੱਖਿਆ ਨਾ ਹੋਵੇ ਫਿਰ ਕੀ ਕਿਹਾ ਜਾਂਦਾ ਹੈ, ਇਹਨੂੰ ਤੇ ਕੁਝ ਆਉਂਦਾ ਹੀ ਨਹੀਂ ਹੈ, ਇਹ ਕੁਚੱਜੀ ਹੈ। ਤਿਆਰੀ ਪਹਿਲਾਂ ਕਰਨੀ ਸੀ। ਹੁਣ ਕਿਸੇ ਦੀ ਬਰਾਤ ਆ ਕੇ ਦਰਵਾਜ਼ੇ ਤੇ ਖਲੋਤੀ ਹੋਵੇ ਤੇ ਬੱਚੀ ਕਵੇ ਵੀ ਮੈਂ ਤੇ ਆਹ ਵੀ ਕੰਮ ਸਿੱਖਣਾ ਵਾ, ਮੈਨੂੰ ਤੇ ਇਹ ਵੀ ਕੰਮ ਨਹੀਂ ਆਉਂਦਾ, ਫਿਰ ਗੱਲ ਨਹੀਂ ਬਣਦੀ। ਮਨੁੱਖ ਨੂੰ ਬੜਾ ਲੰਮਾ ਸਮਾਂ ਦਿੱਤਾ ਪ੍ਰਮਾਤਮਾ ਨੇ। ਜਿੰਨਾ ਵੀ ਦਿੱਤਾ ਰੱਬ ਦਾ ਨਾਮ ਜਪਣ ਵਾਸਤੇ ਦਿੱਤਾ ਹੈ। ਭਾਈ ਗੁਰਦਾਸ ਜੀ ਕਹਿੰਦੇ ਜੈਸੇ ਘਰ ਲਾਗੇ ਆਗ, ਜਾਗ ਕੂਆ ਖੋਦਿਓ ਚਾਹੇ। ਕਹਿੰਦੇ ਕਿਸੇ ਦੇ ਘਰ ਵਿੱਚ ਅੱਗ ਲੱਗ ਜਾਵੇ ਤੇ ਉਹ ਕਵੇ ਵੀ ਮੈਂ ਹੁਣ ਖੂਹ ਪੁੱਟਾਂ, ਤੇ ਫਿਰ ਗੱਲ ਤੇ ਨਹੀਂ ਨਾ ਬਣੇਗੀ। ਫਿਰ ਤੇ ਕੇਵਲ ਰੋਣਾ ਧੋਣਾ ਹੀ ਪੱਲੇ ਪਵੇਗਾ। ਖੂਹ ਪਹਿਲਾਂ ਮੌਜੂਦ ਹੋਣਾ ਚਾਹੀਦਾ ਹੈ, ਉਹਦੇ ਵਿੱਚੋਂ ਪਾਣੀ ਕੱਢ ਕੇ ਪਾ ਸਕਦਾ ਹੈ, ਅੱਗ ਬੁਝ ਸਕਦੀ ਹੈ। ਕੋਈ ਵਿਦਿਆਰਥੀ ਹੈ, ਉਹ ਸਾਰਾ ਸਾਲ ਟੀਚਰ ਦੇ ਕਹੇ ਹੋਏ ਬਚਨਾਂ ਵੱਲ ਧਿਆਨ ਨਾ ਦੇਵੇ, ਜੋ ਉਹ ਪੜ੍ਹਾਉਂਦਾ ਹੈ ਉਧਰ ਖਿਆਲ ਨਾ ਕਰੇ। ਜਦੋਂ ਇਮਤਿਹਾਨ ਸਿਰ ਤੇ ਆ ਜਾਵੇ, ਸਵੇਰੇ ਪੇਪਰ ਦੇਣ ਜਾਣਾ ਹੋਵੇ, ਕਵੇ ਵੀ ਹੁਣ ਮੈਂ ਸਾਰੀ ਮਿਹਨਤ ਕਰ ਲਵਾਂ, ਤੇ ਉਸ ਵੇਲੇ ਗੱਲ ਨਹੀਂ ਬਣਦੀ। ਫਿਰ ਵਧੀਆ ਨੰਬਰ ਲੈ ਕੇ ਪਾਸ ਨਹੀਂ ਹੋਵੇਗਾ। ਭਾਈ ਗੁਰਦਾਸ ਜੀ ਕਹਿੰਦੇ ਕਿ ਕਿਸੇ ਦੇ ਘਰ ਨੂੰ ਅੱਗ ਲੱਗ ਗਈ, ਜੈਸੇ ਘਰ ਲਾਗੇ ਆਗ, ਜਾਗ ਕੂਆ ਖੋਦਿਓ ਚਾਹੇ। ਤੇ ਉਸ ਵੇਲੇ ਉਹਦਾ ਕਾਰਜ ਰਾਸ ਨਹੀਂ ਹੋਏਗਾ। ਕਾਰਜ ਨਾ ਸਿੱਧ ਹੋਏ ਰੋਏ ਪਛਤਾਈਐ, ਫਿਰ ਪਛਤਾਉਣਾ ਹੀ ਪੱਲੇ ਪਵੇਗਾ। ਇਸੇ ਤਰ੍ਹਾਂ ਜੇ ਕੋਈ ਖਿਡਾਰੀ ਹੈ, ਉਹ ਹੁਣ ਖੇਡ ਦੀ ਪ੍ਰੈਕਟਿਸ ਨਹੀਂ ਕਰਦਾ ਤੇ ਜਦੋਂ ਖੇਡ ਦੇ ਮੈਦਾਨ ਵਿੱਚ ਜਾਵੇਗਾ ਉਹਨੂੰ ਜਿੱਤ ਪ੍ਰਾਪਤ ਨਹੀਂ ਹੋਵੇਗੀ, ਉਹ ਹਾਰ ਕੇ ਆਵੇਗਾ। ਕਿਸੇ ਨੇ ਜੰਗ ਦੇ ਮੈਦਾਨ ਵਿੱਚ ਜਾਣਾ ਹੈ ਤੇ ਉਹ ਕਵੇ ਵੀ ਰਾਤੇ ਰਾਤ ਮੈਂ ਸ਼ਾਸਤਰ ਵਿਦਿਆ ਸਿੱਖ ਲਵਾਂ, ਦੁਸ਼ਮਣ ਨੂੰ ਮੈਂ ਚਿੱਤ ਕਰ ਦਿਆਂਗਾ, ਉਹਨੂੰ ਜਿੱਤ ਨਹੀਂ ਪ੍ਰਾਪਤ ਹੋਵੇਗੀ। ਜਿੱਤ ਉਹਨੂੰ ਪ੍ਰਾਪਤ ਹੋਵੇਗੀ ਜਿਹਨੇ ਪਹਿਲਾਂ ਸ਼ਾਸਤਰ ਵਿਦਿਆ ਦਾ ਅਭਿਆਸ ਕੀਤਾ ਹੋਵੇਗਾ। ਆਹ ਕਿਸਾਨ ਖੇਤੀ ਬੀਜਦਾ ਹੈ ਤੇ ਉਹ ਕੀ ਕਰਦਾ ਹੈ, ਤਕਰੀਬਨ ਅਕਤੂਬਰ ਦੇ ਮਹੀਨੇ ਦੇ ਨਜ਼ਦੀਕ ਉਹ ਕਣਕ ਦੀ ਖੇਤੀ ਬੀਜਦਾ ਹੈ। ਬੜੀ ਸੋਹਣੀ ਖੇਤੀ ਹੁੰਦੀ ਹੈ, ਬੜਾ ਸੋਹਣਾ ਝਾੜ ਹੁੰਦਾ ਹੈ, ਉਹਨੂੰ ਚੰਗਾ ਪੈਸਾ ਮਿਲਦਾ ਹੈ। ਪਰ ਜੇ ਕੋਈ ਜਾ ਕੇ ਜਨਵਰੀ ਦੇ ਵਿੱਚ ਖੇਤੀ ਬੀਜਣ ਲੱਗ ਪਵੇ ਤੇ ਬੀਜਦੇ ਨੂੰ ਵੇਖ ਕੇ ਕਈ ਮਨੁੱਖ ਕਹਿਣਗੇ ਭਾਈ ਵਿਅਰਥ ਸਮਾਂ ਗਵਾ ਰਹੇ ਹੈ। ਖੇਤੀ ਬੀਜ ਲੈ, ਉੱਗ ਵੀ ਪਏਗੀ ਪਰ ਇਹਦੇ ਵਿੱਚੋਂ ਫਸਲ ਨਹੀਂ ਨਿਕਲੇਗੀ, ਕਿਉਂਕਿ ਤੂੰ ਬੀਜਣ ਦਾ ਸਮਾਂ ਗਵਾ ਲਿਆ। ਹਰ ਅਨਾਜ ਬੀਜਣ ਦਾ ਕੋਈ ਸਮਾਂ ਹੈ, ਪਰ ਮਨੁੱਖਾ ਜਨਮ ਐਸਾ ਵਤਰ ਦਿੱਤਾ ਪਰਮਾਤਮਾ ਨੇ ਕਿ ਜਦੋਂ ਮਰਜ਼ੀ ਇਹਦੇ ਵਿੱਚ ਨਾਮ ਦਾ ਬੀਜ ਬੀਜ ਲਓ, ਪ੍ਰਫੁੱਲਤ ਹੋਵੇਗਾ। ਪਰ ਐਸਾ ਨਾ ਹੋਵੇ ਵੀ ਸਾਹਮਣੇ ਮੌਤ ਖਲੋਤੀ ਹੈ, ਕੋਈ ਕਵੇ ਵੀ ਹੁਣ ਮੈਂ ਸਾਰੀ ਭਗਤੀ ਅੱਜ ਹੀ ਕਰਨੀ ਹੈ। ਉਸ ਵੇਲੇ ਵੀ ਜੇ ਚਿੱਤ ਜੁੜ ਗਿਆ ਪਰਮਾਤਮਾ ਵਿੱਚ ਤੇ ਉਧਾਰ ਹੋਵੇਗਾ, ਪਰ ਜਿਹਦਾ ਸਾਰੀ ਉਮਰ ਨਹੀਂ ਜੁੜਿਆ ਉਹਦਾ ਉਸ ਵੇਲੇ ਕਿੱਦਾਂ ਜੁੜੇਗਾ।
ਉਸ ਵੇਲੇ ਵੀ ਉਸ ਪਰਮਾਤਮਾ ਵਿੱਚ ਚਿੱਤ ਨਹੀਂ ਜੁੜ ਸਕਦਾ। ਜੁੜੇਗਾ ਉਹਦਾ ਜਿਹੜਾ ਅਭਿਆਸੀ ਹੋਵੇਗਾ। ਸਤਿਗੁਰੂ ਕਹਿੰਦੇ ਹੋਰ ਕੰਮ ਮਨੁੱਖ ਕਰਦਾ, ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਜਦੋਂ ਨਾਮ ਜਪਣ ਦੀ ਗੱਲ ਆਉਂਦੀ ਹੈ ਇਹਨੂੰ ਨੀਂਦ ਆ ਜਾਂਦੀ ਹੈ। ਅੰਮ੍ਰਿਤ ਵੇਲੇ ਇਹਨੂੰ ਨੀਂਦ ਬੜੀ ਪਿਆਰੀ ਲੱਗਦੀ ਹੈ। ਇਸ ਵਾਸਤੇ ਹਰ ਚੀਜ਼ ਦਾ ਇੱਕ ਸਮਾਂ ਹੁੰਦਾ ਵਾ। ਹੁਣ ਤੁਸੀਂ ਕਈ ਐਸੀਆਂ ਸਬਜ਼ੀਆਂ ਨੇ ਜਿਹੜੀਆਂ ਸਰਦੀਆਂ ਵਿੱਚ ਤੁਸੀਂ ਖਾਓ ਤੇ ਵੱਖਰਾ ਉਹਦਾ ਆਨੰਦ ਹੈ। ਭਾਵੇਂ ਸਟੋਰ ਕਰਕੇ ਰੱਖ ਲਓ ਪਰ ਗਰਮੀ ਦੇ ਵਿੱਚ ਉਹ ਆਨੰਦ ਨਹੀਂ ਆਏਗਾ ਉਹ ਭੋਜਨ ਖਾਣ ਦੇ ਵਿੱਚ ਜਿਹੜਾ ਉਹਦੀ ਰੁੱਤ ਵਿੱਚ ਆਵੇਗਾ। ਸਾਵਣ ਦੇ ਵਿੱਚ ਜੋ ਰਸ ਅੰਬ ਦੇ ਵਿੱਚ ਭਰਦਾ ਹੈ ਉਹ ਹੋਰ ਰੁੱਤ ਦੇ ਵਿੱਚ ਨਹੀਂ ਭਰੇਗਾ। ਜੋ ਰਸ ਖਰਬੂਜੇ ਦੇ ਵਿੱਚ ਜੇਠ ਦੇ ਮਹੀਨੇ ਵਿੱਚ ਭਰਨਾ ਹੈ ਉਹ ਹੋਰ ਰੁੱਤ ਵਿੱਚ ਨਹੀਂ ਭਰ ਸਕਦਾ। ਇਸ ਵਾਸਤੇ ਕਹਿ ਦਿੱਤਾ ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ। ਇਹ ਨਾਮ ਬੀਜਣ ਦਾ ਸਮਾਂ ਹੈ ਮਨੁੱਖਾ ਜਨਮ। ਤੇ ਜੇ ਐਵੇਂ ਹੀ ਗਵਾ ਲਿਆ ਤੇ ਫਿਰ ਪਛਤਾਵਾ ਹੀ ਰਹੇਗਾ। ਸਤਿਗੁਰੂ ਕਹਿੰਦੇ ਅਬ ਮੈਂ ਕਹਾਂ ਕਰੂੰ ਰੀ ਮਾਈ, ਸਗਲ ਜਨਮ ਵਿਖਿਆਨ ਸਿਉ ਖੋਇਆ, ਸਿਮਰਿਓ ਨਾਏ ਕਨਾਈ। ਸਾਰਾ ਜਨਮ ਵਿਸ਼ੇ ਵਿਕਾਰਾਂ ਦੇ ਵਿੱਚ ਹੀ ਬੀਤ ਗਿਆ। ਕਬੀਰ ਸਾਹਿਬ ਜੀ ਨੇ ਇੱਕ ਦ੍ਰਿਸ਼ਟਾਂਤ ਖਿੱਚਿਆ। ਕਹਿੰਦੇ ਇੱਕ ਮਾਈ ਉਹ ਆਟਾ ਪੀਂਦੀ ਹੈ, ਇੱਕ ਹੱਥ ਨਾਲ ਦਾਣੇ ਪਾਉਂਦੀ ਹੈ, ਦੂਜੇ ਨਾਲ ਚੱਕੀ ਗੇੜਦੀ ਹੈ। ਪੀਂਦਿਆਂ ਪੀਂਦਿਆਂ 2-4 ਦਾਣੇ ਉਹ ਮੁੱਖ ਦੇ ਵਿੱਚ ਪਾਉਂਦੀ ਹੈ ਤੇ ਉਹਨਾਂ ਨੂੰ ਚਬਾ ਲੈਂਦੀ ਹੈ। ਆਟਾ ਪੀ ਕੇ ਚੱਲੀ। ਅੱਗੇ ਗਲੀ ਦੇ ਵਿੱਚ ਚਿੱਕੜ ਸੀ, ਪੈਰ ਫਿਸਲਿਆ ਤੇ ਆਟਾ ਚਿੱਕੜ ਵਿੱਚ ਡਿੱਗ ਪਿਆ। ਉਹਦੇ ਨਾਲ ਉਹੀ ਨਿਭਿਆ ਜਿਹੜਾ ਉਹਨੇ ਪੀਂਦਿਆਂ ਪੀਂਦਿਆਂ 2-4 ਦਾਣੇ ਖਾਧੇ ਸਨ। ਮਨੁੱਖ ਸਵਾਸਾਂ ਦਾ ਆਟਾ ਲੈ ਕੇ ਆਇਆ। ਹੁਣ ਇੱਥੇ ਮੋਹ ਦਾ ਚਿੱਕੜ ਹੈ ਸੰਸਾਰ ਦੇ ਵਿੱਚ। ਇਸ ਚਿੱਕੜ ਦੇ ਵਿੱਚ ਐਸਾ ਫਿਸਲਦਾ, ਐਸਾ ਤਿਲਕਦਾ ਹੈ ਕਿ ਜਿਹੜੇ ਸਵਾਸਾਂ ਦਾ ਆਟਾ ਹੁੰਦਾ ਹੈ ਉਹ ਮੋਹ ਚਿੱਕੜ ਵਿੱਚ ਹੀ ਗਵਾ ਦਿੰਦਾ ਹੈ। ਹੁਣ ਇਹਦੇ ਨਾਲ ਉਹ ਨਿਭਦਾ ਹੈ ਜਿਹੜਾ ਇਹਨੇ ਥੋੜਾ ਸਮਾਂ ਵੀ ਗੁਰੂ ਗੁਰੂ ਜਪਿਆ ਹੋਵੇ। ਸਤਿਗੁਰੂ ਕਹਿੰਦੇ ਨੇ ਨਾ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ, ਗੁਰ ਕੀ ਟੇਕ ਰਹੋ ਦਿਨ ਰਾਤ, ਜਾ ਕੀ ਕੋਏ ਨਾ ਮੇਟੇ ਦਾਤ। ਗੁਰੂ ਦਾ ਦਿੱਤਾ ਹੋਇਆ ਕੋਈ ਮਿਟਾ ਨਹੀਂ ਸਕਦਾ। ਇਸ ਵਾਸਤੇ ਗੁਰੂ ਗੁਰੂ ਜਪਿਆ ਕਰ, ਗੁਰੂ ਦੇ ਉਪਦੇਸ਼ਾਂ ਦੀ ਕਮਾਈ ਕਰ। ਇਹ 5 ਜੀਵ ਗਿਣੇ। ਜਦੋਂ ਮਨੁੱਖ ਵਿਸ਼ੇ ਵਿਕਾਰਾਂ ਦੇ ਵਿੱਚ ਲੱਗ ਕੇ ਆਪਣਾ ਜੀਵਨ ਗਵਾ ਦਿੰਦਾ, ਇਹਨੂੰ ਸਮਝਾਇਆ। ਕਹਿਣ ਲੱਗੇ ਮ੍ਰਿਗ ਮੀਨ ਭਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼। ਇਹਨਾਂ ਨੂੰ ਇੱਕ ਇੱਕ ਵਿਸ਼ਾ ਏ। ਹੁਣ ਇਹ ਜਿਹੜੇ ਵਿਸ਼ੇ ਨੇ ਇਹ ਹੈ ਸ਼ਬਦ, ਸਪਰਸ਼, ਰੂਪ, ਰਸ ਤੇ ਗੰਧ। ਹੁਣ ਜਿਹੜਾ ਸ਼ਬਦ ਹੈ ਕੰਢੇੜੇ ਦਾ ਸ਼ਬਦ ਹਿਰਨ ਸੁਣਦਾ ਹੈ ਤੇ ਖਿੱਚਿਆ ਚਲਿਆ ਜਾਂਦਾ ਹੈ। ਕੋਈ ਸੀਮਾ ਵਿੱਚ ਰਹਿ ਕੇ ਸੁਣਦਾ ਤੇ ਹੋ ਸਕਦਾ ਸੀ ਇਹਦੀ ਜਾਨ ਬਚ ਜਾਂਦੀ, ਪਰ ਇੰਨਾ ਲੁਭਾਏਮਾਨ ਹੋ ਗਿਆ ਜਿੱਥੋਂ ਸ਼ਬਦ ਆ ਰਿਹਾ ਸੀ ਉਧਰ ਨੂੰ ਤੁਰਿਆ ਗਿਆ। ਕੰਢੇੜੇ ਦਾ ਘੜੇ ਦੇ ਉੱਤੇ ਚਮੜਾ ਮੜ ਕੇ ਸੈਂਟਰ ਵਿੱਚ ਸ਼ਰਾਖ ਕਰਕੇ ਮੋਰ ਦਾ ਖੰਭ ਲੈ ਕੇ ਉਹ ਸਰਾਖ ਦੇ ਰਾਹੀਂ ਘੜੇ ਦੇ ਖਾਲੀ ਪਲਾੜ ਵਿੱਚ ਭੇਜਦੇ ਨੇ, ਕਦੇ ਬਾਹਰ ਕੱਢਦੇ ਨੇ। ਅੰਦਰ ਬਾਹਰ ਦੀ ਕਿਰਿਆ ਨਾਲ ਜਿਹੜਾ ਨਾਦ ਪੈਦਾ ਹੁੰਦਾ ਹੈ ਉਹਨੂੰ ਕਹਿੰਦੇ ਕੰਢੇੜੇ ਦਾ ਨਾਦ। ਹਿਰਨ ਬੜਾ ਇਹਨੂੰ ਸ਼ੌਂਕ ਹੈ ਇਹ ਨਾਦ ਸੁਣਨ ਦਾ, ਪਰ ਜਦੋਂ ਲਾਗੇ ਆਇਆ ਸ਼ਿਕਾਰੀ ਨੇ ਤੀਰ ਮਾਰਿਆ ਤੇ ਜ਼ਮੀਨ ਤੇ ਡਿੱਗ ਪਿਆ। ਤੜਫ ਤੜਫ ਕੇ ਇਹਨੇ ਪ੍ਰਾਣ ਦੇ ਦਿੱਤੇ। ਇੱਕ ਵਿਸ਼ਾ ਸੀ ਉਹਦਾ ਕਰਕੇ ਇਹ ਮੌਤ ਦੇ ਘਾਟ ਉਤਰ ਗਿਆ। ਸਪਰਸ਼ ਦਾ ਜਿਹੜਾ ਵਿਸ਼ਾ ਏ ਉਹ ਹਾਥੀ ਦੀ ਗੱਲ ਕੀਤੀ। ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ, ਚਲਤ ਰਚਿਓ ਜਗਦੀਸ਼, ਕਾਮ ਸਵਾਏ ਗਜ ਬਸ ਪਰੇ, ਮਨ ਬੌਰਾ ਰੇ ਅੰਕਸ ਸਹਿਓ ਸੀਸ। ਕਾਗਜ਼ ਦਾ ਕਲਬੂਤ ਬਣਾ ਕੇ ਇੱਕ ਟੋਇਆ ਕੱਢ ਕੇ ਉਹਦੇ ਤੇ ਮਾਮੂਲੀ ਜੀ ਛੱਤ ਪਾ ਕੇ ਰੱਖਿਆ
ਜਦੋਂ ਹਾਥੀ ਆਇਆ ਵਾਸ਼ਨਾ ਦਾ ਪ੍ਰੇਰਿਆ ਉਸ ਟੋਏ ਵਿੱਚ ਡਿੱਗ ਪਿਆ। ਕੁਝ ਦਿਨ ਭੁੱਖਾ ਰੱਖ ਕੇ ਮਾਰ ਮਾਰ ਕੇ ਇਹਨੂੰ ਅਧੀਨ ਕੀਤਾ ਗਿਆ। ਹੁਣ ਕੀ ਕਰਦਾ ਏ ਕਿ ਕੁੰਡਿਆਂ ਦੀ ਮਾਰ ਸਹਾਰਦਾ ਏ। ਇੱਕ ਵਿਸ਼ੇ ਦਾ ਕਰਕੇ ਸਾਰੀ ਉਮਰ ਉਹਦੀ ਦੁੱਖਾਂ ਵਿੱਚ ਚਲੇ ਗਈ। ਅੱਗੇ ਰੂਪ ਦੀ ਜਦੋਂ ਗੱਲ ਕਰਦੇ ਨੇ ਤੇ ਪਤੰਗਾ ਜਿਹੜਾ ਵਾ ਇਹ ਜਦੋਂ ਲਾਟ ਬਲਦੀ ਹੈ, ਸ਼ਮਾ ਬਲਦੀ ਹੈ, ਇਹਨੂੰ ਇਹ ਰੂਪ ਤੱਕਣ ਦਾ ਬੜਾ ਆਦੀ ਹੈ। ਇਹ ਸ਼ਮਾ ਤੋਂ ਪਿੱਛੇ ਨਹੀਂ ਰਹਿੰਦਾ ਤੇ ਉਹਦੇ ਵਿੱਚ ਸੜ ਕੇ ਆਪਣੇ ਪ੍ਰਾਣ ਦੇ ਦਿੰਦਾ ਏ। ਜਦੋਂ ਰਸ ਦੀ ਗੱਲ ਕੀਤੀ ਤੇ ਮੱਛੀ ਜੋ ਵੀ ਅੱਗੇ ਆਵੇ ਉਹ ਨਿਗਲ ਲੈਂਦੀ ਹੈ। ਇੱਕ ਦਿਨ ਮਾਸ ਦਾ ਟੁਕੜਾ ਲਾ ਕੇ ਕੁੰਡੀ ਦੇ ਨਾਲ ਸ਼ਿਕਾਰੀ ਨੇ ਜਲ ਵਿੱਚ ਸੁੱਟਿਆ ਤੇ ਮੱਛੀ ਨੇ ਕੁੰਡੀ ਸਮੇਤ ਨਿਗਲ ਲਿਆ। ਕੁੰਡੀ ਉਹਦੇ ਗਲ ਵਿੱਚ ਫਸ ਗਈ। ਖਿੱਚ ਕੇ ਪਾਣੀ 'ਚੋਂ ਬਾਹਰ ਕੱਢ ਲਈ। ਤੜਫ ਤੜਫ ਕੇ ਉਹਨੇ ਪ੍ਰਾਣ ਤਿਆਗਤੇ। ਅੱਗੇ ਗੰਧ ਦੀ ਜਦੋਂ ਗੱਲ ਕਰਦੇ ਨੇ ਭੌਰਾ ਕਮਲ ਦੇ ਫੁੱਲ ਤੇ ਬਹਿੰਦਾ ਇੰਨਾ ਲੁਭਾਏ ਮਾਣ ਹੁੰਦਾ ਹੈ ਕਿ ਉੱਡਦਾ ਹੀ ਨਹੀਂ। ਤੇ ਸ਼ਾਮ ਨੂੰ ਜਦੋਂ ਕਮਲ ਦਾ ਫੁੱਲ ਸੰਪਟ ਹੁੰਦਾ ਹੈ ਵਿੱਚੇ ਭੌਰਾ ਜਿਹੜਾ ਵਾ ਉਹ ਸੰਪਟ ਹੋ ਜਾਂਦਾ ਹੈ। ਤੇ ਜਦੋਂ ਦਿਨ ਚੜ੍ਹਦਾ ਹੈ ਕਮਲ ਦਾ ਫੁੱਲ ਤੇ ਖਿੜ ਪੈਂਦਾ ਹੈ, ਭੌਰਾ ਵੀ ਵਿੱਚੋਂ ਨਿਕਲਦਾ ਹੈ, ਸਾਹਮਣੇ ਦਿਖਾਈ ਦਿੰਦਾ ਹੈ, ਪਰ ਜਿਉਂਦਾ ਨਹੀਂ ਹੁੰਦਾ, ਉਹਦੀ ਮੌਤ ਹੋ ਚੁੱਕੀ ਹੁੰਦੀ। ਇੱਕ ਇੱਕ ਵਿਸ਼ੇ ਦਾ ਕਰਕੇ ਇਹ ਪੰਜ ਜੀਵ ਜਿਹੜੇ ਨੇ ਮੌਤ ਦੇ ਘਾਟ ਉਤਰ ਗਏ। ਏਕ ਦੋਖ ਵਿਨਾਸ਼ ਪੰਚ ਦੋਖ ਅਸਾਧ ਜਾਮੈ ਤਾਕੀ ਕੇਤਕ ਆਸ। ਬੰਦੇ ਦੇ ਅੰਦਰ ਪੰਜੇ ਨੇ। ਇਹਦੇ ਬਚਣ ਦੀ ਕਿੰਨੀ ਕੁ ਆਸ ਕੀਤੀ ਜਾ ਸਕਦੀ ਹੈ? ਇਹ ਤੇ ਰੱਬ ਦੇ ਅੱਗੇ, ਗੁਰੂ ਦੇ ਅੱਗੇ ਜਦੋਂ ਅਰਦਾਸ ਕੀਤੀ ਜਾਵੇ ਫਿਰ ਗੁਰੂ ਕਿਰਪਾ ਕਰਦਾ ਹੈ। ਨਹੀਂ ਤਾਂ ਮਨੁੱਖ ਸਾਰੀ ਉਮਰ ਇਹਨਾਂ ਵਿਸ਼ੇ ਵਿਕਾਰਾਂ ਵਿੱਚ ਲੱਗ ਕੇ ਹੀ ਗਵਾ ਦਿੰਦਾ ਹੈ। ਵੇਖਿਆਨ ਸਿਉ ਕਾਹੇ ਰਚਿਓ ਨਿਮਖ ਨਾ ਹੋਏ ਉਦਾਸ। ਨਵੇਂ ਪਾਤਸ਼ਾਹ ਜੀ ਨੇ ਵੀ ਕਹਿ ਦਿੱਤਾ, ਕਦੇ ਵੀ ਆਪਣਾ ਚਿੱਤ ਨਹੀਂ ਹਟਾਉਂਦਾ ਇਹਨਾਂ ਵਿਸ਼ੇ ਵਿਕਾਰਾਂ ਦੇ ਵਿੱਚੋਂ। ਤੂੰ ਉਸ ਪਰਮਾਤਮਾ ਦੇ ਨਾਲ ਚਿੱਤ ਜੋੜ, ਇਹਨਾਂ ਵਿਸ਼ੇ ਵਿਕਾਰਾਂ ਤੋਂ ਉੱਪਰ ਉੱਠ। ਪਰ ਜੇ ਗੁਰੂ ਦੀ ਸ਼ਰਨ ਵਿੱਚ ਆਉਂਦਾ ਤੇ ਗੁਰੂ ਜੀ ਕਿਰਪਾ ਕਰਕੇ ਇਹਨੂੰ ਜ਼ਰੂਰ ਪਰਮਾਤਮਾ ਦੇ ਨਾਮ ਦੇ ਨਾਲ ਜੋੜ ਦਿੰਦੇ। ਪਰ ਇਹਨੇ ਗੁਰੂ ਦੀ ਸ਼ਰਨ ਹੀ ਨਹੀਂ ਲਈ, ਆਪਣੇ ਮਨ ਦੇ ਪਿੱਛੇ ਹੀ ਤੁਰਿਆ ਰਿਹਾ। ਤੇ ਸਤਿਗੁਰੂ ਜੀ ਕਹਿੰਦੇ, ਕਹੋ ਨਾਨਕ ਭਜ ਹਰ ਮਨਾ ਪਰੇ ਨਾ ਜਮ ਕੀ ਫਾਸ। ਤੂੰ ਏਦਾਂ ਕਰ, ਪਰਮਾਤਮਾ ਦਾ ਸਿਮਰਨ ਕਰ, ਤੇਰੇ ਗੱਲ ਜਮਾਂ ਦੀ ਫਾਹੀ ਨਹੀਂ ਪਏਗੀ। ਪਰ ਮਨੁੱਖ ਕੀ ਕਰਦਾ ਹੈ? ਸਾਰੀ ਉਮਰ ਮਨ ਦੇ ਪਿੱਛੇ ਲੱਗ ਕੇ ਤੁਰਦਾ ਹੈ ਤੇ ਸਾਰੀ ਉਮਰ ਆਪਣੀ ਵਿਅਰਥ ਹੀ ਗਵਾ ਦਿੰਦਾ ਹੈ। ਸਗਲ ਜਨਮ, ਸਤਿਗੁਰੂ ਜੀ ਕਹਿੰਦੇ, ਸਗਲ ਜਨਮ ਵਿਖਿਆਨ ਸਿਉ ਖੋਇਆ ਸਿਮਰਿਓ ਨਾਏ ਕਨਾਈ। ਕਨਾਈ ਤੋਂ ਭਾਵ ਕਨਈਆ ਪਰਮਾਤਮਾ। ਉਸ ਪਰਮਾਤਮਾ ਦਾ ਸਿਮਰਨ ਨਾ ਕੀਤਾ ਜਿਹਦੇ ਵਾਸਤੇ ਸੰਸਾਰ ਵਿੱਚ ਆਇਆ ਸੀ। ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਤ ਸੰਗਤ ਵਿੱਚ ਬਹਿ ਕੇ ਪਰਮਾਤਮਾ ਦਾ ਨਾਮ ਜਪ। ਪਰ ਮਨੁੱਖ ਜਦੋਂ ਨਾਮ ਜਪਣ ਦੀ ਗੱਲ ਆਉਂਦੀ ਹੈ ਤੇ ਬਹੁਤ ਢਿੱਲਾ ਹੋ ਜਾਂਦਾ ਹੈ। 6 ਦਿਨ ਤੁਸੀਂ ਕੰਮ ਕਰਦੇ ਹੋ, 7ਵੇਂ ਦਿਨ ਛੁੱਟੀ ਹੁੰਦੀ ਹੈ ਐਤਵਾਰ ਦੇ ਦਿਨ, ਤੇ ਲੋਕ ਕੀ ਕਰਦੇ ਨੇ? ਥਾਂ ਥਾਂ ਤੇ ਬਹਿ ਕੇ ਜਾਂ ਤੇ ਉਹ ਤਾਸ਼ ਖੇਡ ਰਹੇ ਹੋਣਗੇ ਜਾਂ ਫਿਰ ਹੋਰ ਖੇਡਾਂ ਖੇਡ ਰਹੇ ਹੋਣਗੇ। ਜੇ ਕਿਸੇ ਨੂੰ ਇਹ ਕਿਹਾ ਜਾਵੇ ਵੀ ਚਲੋ ਭਾਈ ਸੁਖਮਨੀ ਸਾਹਿਬ ਦਾ ਪਾਠ ਕਰ ਲਓ ਜਾਂ ਜਪਜੀ ਸਾਹਿਬ ਦਾ, ਜੇ 10 ਹੋਣਗੇ ਤੇ 10 ਦੇ ਵਿੱਚੋਂ 9 ਜ਼ਰੂਰ ਕਿਨਾਰਾ ਕਰ ਜਾਣਗੇ। ਕੋਈ ਇੱਕ ਹੋ ਸਕਦਾ ਹੈ ਜਿਹੜਾ ਤੁਹਾਡੇ ਨਾਲ ਬੈਠ ਕੇ ਕਵੇ ਵੀ ਚਲੋ ਪਾਠ ਕਰੀਏ। ਮਨੁੱਖ ਇਸ ਬੰਨੇ, ਧਰਮ ਵਾਲੇ ਬੰਨੇ ਬਹੁਤ ਘੱਟ ਤੁਰਦਾ ਹੈ। ਉਹਦਾ ਭਾਵੇਂ ਸਾਰਾ ਦਿਨ ਇਹਨੂੰ ਲੋਕਾਂ ਦੀਆਂ ਚੁਗਲੀਆਂ, ਲੋਕਾਂ ਦੀ ਨਿੰਦਿਆ ਸੁਣਾਈ ਜਾਓ, ਪਰ ਜੇ ਕਿਤੇ ਗੁਰਬਾਣੀ ਸੁਣਨੀ ਪੈ ਜਾਵੇ ਤੇ ਉੱਥੇ ਉਸਲ ਵਟੇ ਲਏਗਾ। ਇਹਦਾ ਬੈਠਣ ਨੂੰ ਦਿਲ ਹੀ ਨਹੀਂ ਕਰੇਗਾ, ਧਿਆਨ ਕਿਤੇ ਹੋਰ ਉੱਡ ਜਾਏਗਾ। ਸਤਿਗੁਰੂ ਕਹਿੰਦੇ
ਕਿ ਮਨੁੱਖ ਨੇ ਕੀ ਕੀਤਾ, ਸੰਸਾਰ ਤੇ ਆ ਕੇ ਚਿੱਤ ਤੇ ਜੋੜਨਾ ਸੀ ਨਾਮ ਦੇ ਵਿੱਚ, ਪਰਮਾਤਮਾ ਦਾ ਸਿਮਰਨ ਕਰਨਾ ਸੀ ਤੇ ਸਿਮਰਨ ਕੀਤਾ ਹੀ ਨਹੀਂ। ਤੇ ਗੁਰੂ ਸਾਹਿਬ ਕਹਿਣ ਲੱਗੇ, ਮਨ ਰੇ ਕੌਣ ਕੁਮਤ ਤੈਂ ਲੀਨੀ, ਪਰਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨੇ ਕੀਨੀ। ਤੂੰ ਪਰਾਈ ਇਸਤਰੀ, ਪਰਾਈ ਨਿੰਦਿਆ ਦੇ ਰਸ ਵਿੱਚ ਮਸਤ ਰਹਿਣਾ ਏ, ਕਦੇ ਪਰਮਾਤਮਾ ਦੀ ਭਗਤੀ ਨਹੀਂ ਕੀਤੀ। ਤੂੰ ਪਰਮਾਤਮਾ ਦੀ ਭਗਤੀ ਨਹੀਂ ਕੀਤੀ ਜਿਹਦੇ ਵਾਸਤੇ ਸੰਸਾਰ ਵਿੱਚ ਆਇਆ ਹੈ। ਇੰਗਲਿਸ਼ ਦੇ ਵਿੱਚ ਇੱਕ ਕਹਾਵਤ ਹੈ, ਹੈਲਥ ਇਜ ਲੋਸਟ, ਸਮਥਿੰਗ ਇਜ ਲੋਸਟ, ਵੈਲਥ ਇਜ ਲੋਸਟ, ਨਥਿੰਗ ਇਜ ਲੋਸਟ, ਬਟ ਕਰੈਕਟਰ ਇਜ ਲੋਸਟ, ਐਵਰੀਥਿੰਗ ਲੋਸਟ। ਤੁਹਾਡਾ ਧਨ ਚਲੇ ਗਿਆ, ਸਮਾਂ ਪਾ ਕੇ ਧਨ ਤੁਹਾਡੇ ਕੋਲ ਆ ਸਕਦਾ ਹੈ। ਜੇ ਸਰੀਰ ਤੁਹਾਡਾ ਅਰੋਗ ਨਹੀਂ ਹੈ, ਕੋਈ ਰੋਗ ਆ ਗਿਆ ਹੈ, ਤੇ ਸਮੇਂ ਦੇ ਨਾਲ ਸਰੀਰ ਵੀ ਰੋਗ ਮੁਕਤ ਹੋ ਸਕਦਾ ਹੈ। ਪਰ ਜੇ ਤੁਹਾਡਾ ਕਰੈਕਟਰ ਚਲੇ ਗਿਆ ਤੇ ਸਮਝੋ ਸਾਰਾ ਕੁਝ ਹੀ ਚਲੇ ਗਿਆ, ਫਿਰ ਕੁਝ ਵੀ ਨਹੀਂ ਬਚਿਆ। ਸਤਿਗੁਰੂ ਕਹਿੰਦੇ, ਜਿਹੜਾ ਕੰਮ ਕਰਨ ਆਇਆ ਉਹ ਕਰਦਾ ਨਹੀਂ, ਹੋਰ ਬੰਨੇ ਤੇਰਾ ਧਿਆਨ ਹੈ। ਤੂੰ ਵਿਕਾਰਾਂ ਤੋਂ ਮੁਕਤੀ ਦਾ ਰਸਤਾ ਜਿਹੜਾ ਹੈ ਉਹਦੇ ਵਾਸਤੇ ਕਦੀ ਸੋਝੀ ਪ੍ਰਾਪਤ ਨਹੀਂ ਕੀਤੀ, ਕਦੇ ਗਿਆਨ ਪ੍ਰਾਪਤ ਨਹੀਂ ਕੀਤਾ। ਮੁਕਤ ਪੰਥ ਜਾਣਿਓ ਤੈ ਨਾਹਨ, ਧਨ ਜੋਰਨ ਕੋ ਧਾਇਆ, ਮਾਇਆ ਦੇ ਵਿੱਚ ਹੀ ਲੱਗਾ ਹੋਏ। ਅੰਤ ਸੰਗ ਕਾਹੂ ਨੇ ਦੀਨਾ, ਬਿਰਥਾ ਬੰਧਾਇਆ। ਇਸ ਮਾਇਆ ਨੇ ਤੇ ਮਾਇਕ ਪਦਾਰਥ ਨੇ ਅੰਤ ਸਮੇਂ ਕਿਸੇ ਦਾ ਸਾਥ ਨਹੀਂ ਦਿੱਤਾ। ਤੂੰ ਵਿਅਰਥ ਹੀ ਆਪਣੇ ਆਪ ਨੂੰ ਮਾਇਆ ਮੋਹ ਦੇ ਵਿੱਚ ਜਕੜਿਆ ਹੋਇਆ ਹੈ। ਸਤਿਗੁਰੂ ਕਹਿੰਦੇ, ਸਿਮਰਿਓ ਨਾਏ ਕਨਾਈ। ਮੈਂ ਥੋੜਾ ਜਿਹਾ ਵੀ ਉਸ ਪਰਮਾਤਮਾ ਦਾ ਸਿਮਰਨ ਨਹੀਂ ਕੀਤਾ, ਵਿਸ਼ੇ ਵਿਕਾਰਾਂ ਵਿੱਚ ਲੱਗ ਕੇ ਜੀਵਨ ਬਤੀਤ ਕਰ ਦਿੱਤਾ। ਤੇ ਮਨੁੱਖ ਕੀ ਕਰਦਾ ਹੈ, ਚੰਗੇ ਚੰਗੇ ਕੱਪੜੇ ਪਹਿਨਦਾ ਹੈ, ਚੰਗੀ ਖੁਰਾਕ ਚਾਹੁੰਦਾ ਹੈ, ਪਰ ਜਿਹਦੀ ਕਿਰਪਾ ਨਾਲ ਮਿਲਦੀ ਹੈ, ਚੰਗੀ ਖੁਰਾਕ ਮਿਲੀ, ਚੰਗੀ ਪੁਸ਼ਾਕ ਮਿਲੀ, ਉਹਨੂੰ ਯਾਦ ਨਹੀਂ ਕਰਦਾ। ਸਤਿਗੁਰੂ ਕਹਿੰਦੇ, ਜੇ ਪ੍ਰਸਾਦ ਛਤੀ ਅੰਮ੍ਰਿਤ ਖਾਏ, ਤਿਸ ਠਾਕੁਰ ਕੋ ਰਖ ਮਨ ਮਾਏ। ਜਿਸ ਪਰਮਾਤਮਾ ਦੀ ਕਿਰਪਾ ਨਾਲ ਤੈਨੂੰ ਛਤੀ ਪ੍ਰਕਾਰ ਦਾ ਭੋਜਨ ਮਿਲਿਆ, ਉਹਨੂੰ ਵੀ ਯਾਦ ਕਰਿਆ ਕਰ। ਜਿਹਦੀ ਕਿਰਪਾ ਨਾਲ ਸੋਹਣੇ ਵਸਤਰ ਪਹਿਨਦਾ ਹੈ, ਉਹਨੂੰ ਵੀ ਯਾਦ ਕਰਿਆ ਕਰ। ਪਰ ਕੀ ਹੁੰਦਾ ਹੈ, ਵਾਊ ਸੰਦੇ ਕੱਪੜੇ ਪਹਿਰੇ ਗਰਭ ਗਵਾਰ, ਬੜੇ ਬਰੀਕ ਬਰੀਕ ਕੱਪੜੇ ਪਾਉਂਦਾ ਹੈ। ਕਹਿੰਦਾ ਬੜੇ ਮਹਿੰਗੇ ਕੱਪੜੇ ਪਾਉਣੇ ਨੇ, ਜਦੋਂ ਕਿ ਤਨ ਆਮ ਕੱਪੜਿਆਂ ਨਾਲ ਵੀ ਢੱਕਿਆ ਜਾਂਦਾ ਹੈ। ਮਨੁੱਖ ਦੀ ਸੋਚ ਹੁੰਦੀ ਹੈ, ਸਤਿਗੁਰੂ ਕਹਿੰਦੇ, ਜਿੰਨੇ ਮਰਜ਼ੀ ਮਹਿੰਗੇ ਪਾ ਲਾ, ਜਿੰਨੇ ਮਰਜ਼ੀ ਸੋਹਣੇ ਪਾ ਲਾ, ਨਾਨਕ ਨਾਲ ਨਾ ਚੱਲਣੀ, ਜਲ ਬਲ ਹੋਏ ਛਾਰ। ਇਹ ਤੇ ਸੜ ਕੇ ਸਵਾਹ ਹੋ ਜਾਣੇ ਨੇ, ਤੇਰੇ ਨਾਲ ਨਹੀਂ ਜਾਣੇ। ਤੇ ਮਨੁੱਖ ਜਿੱਥੇ ਸੋਹਣੇ ਕੱਪੜੇ ਪਾਉਂਦਾ ਹੈ, ਜਿੱਥੇ ਸੋਹਣੀ ਖੁਰਾਕ ਖਾਂਦਾ ਏ, ਉਥੇ ਸਵਾਰੀ ਵੀ ਇਹਦੀ ਸੋਹਣੀ ਹੋਣੀ ਚਾਹੀਦੀ ਹੈ, ਐਸੀ ਇਹਦੇ ਅੰਦਰ ਲੋਚਾ ਵਾ। ਤੇ ਸਤਿਗੁਰੂ ਕਹਿੰਦੇ, ਕਮਰ ਕਟਾਰਾ ਬੰਕੜਾ, ਬੰਕੇ ਕਾ ਅਸਵਾਰ, ਗਰਭ ਨਾ ਕੀਜੇ ਨਾਨਕਾ, ਮਤ ਸਿਰ ਆਵੇ ਭਾਰ। ਇੱਕ ਨੌਜਵਾਨ ਹੈ, ਉਹਨੇ ਸੋਹਣੇ ਕੱਪੜੇ ਪਹਿਨੇ ਹੋਏ ਨੇ, ਲੱਕ ਦੇ ਨਾਲ ਕਟਾਰ ਬੱਧੀ ਹੋਈ ਹੈ, ਤੇ ਚੰਗੇ ਚੰਚਲ ਬਲੀ ਘੋੜੇ ਦੇ ਉੱਤੇ ਸਵਾਰ ਹੈ, ਤੇ ਘੋੜਾ ਵੀ ਨੱਚਦਾ ਜਾਂਦਾ ਹੈ, ਫੁਰਤੀਲਾ ਘੋੜਾ ਹੈ। ਸਤਿਗੁਰੂ ਕਹਿੰਦੇ, ਇਹ ਵਸਤੂਆਂ ਪਾ ਕੇ ਅਹੰਕਾਰ ਨਾ ਕਰੀ, ਕਿਤੇ ਐਸਾ ਨਾ ਹੋਵੇ ਕਿ ਘੋੜਾ ਤਰਬ ਕੇ ਤੇ ਤੂੰ ਸਿਰ ਭਾਰ ਜ਼ਮੀਨ ਤੇ ਡਿੱਗੇ। ਜਿਹੜੀ ਕਟਾਰ ਲੱਕ ਨਾਲ ਬੱਧੀ ਹੈ, ਉਹੀ ਤੇਰੇ ਢਿੱਡ ਵਿੱਚ ਖੁੱਭ ਜਾਵੇ ਤੇ ਵਹਿੰਦਿਆਂ ਵਹਿੰਦਿਆਂ ਸੰਸਾਰ ਤੋਂ ਤੁਰ ਜਾਵੇਂ, ਪਤਾ ਨਹੀਂ ਉਹ ਕਿੰਨੇ ਸਵਾਸ ਬਾਕੀ ਨੇ। ਇਸ ਵਾਸਤੇ ਉਸ ਪਰਮਾਤਮਾ ਦਾ ਸਿਮਰਨ ਕਰ ਲੈ, ਪਰਮਾਤਮਾ ਦਾ ਨਾਮ ਜਪ ਲੈ। ਮਨੁੱਖ ਜਦੋਂ ਐਸਾ ਸੁਣਦਾ ਨਾ ਲੋਕਾਂ ਕੋਲੋਂ, ਥੋੜੇ ਸਮੇਂ ਵਾਸਤੇ ਇਹਦੇ ਅੰਦਰ ਇਹ ਸੋਚ ਆਉਂਦੀ ਹੈ ਕਿ ਨਾਮ ਜਪਣਾ ਚਾਹੀਦਾ ਹੈ।
ਕਈ ਮਨੁੱਖ ਐਸੇ ਨੇ ਜਿਹੜੇ ਥੋੜੇ ਦਿਨ ਜਪਣਗੇ ਫਿਰ ਸੰਸਾਰੀ ਵਿਹਾਰਾਂ ਵਿੱਚ ਖਚਿਤ ਹੋਣਗੇ, ਪਰ ਕਈਆਂ ਦੇ ਉੱਤੇ ਐਸੀ ਚੋਟ ਵੱਜਦੀ ਹਿਰਦੇ ਤੇ ਉਹ ਫਿਰ ਜਪਣਾ ਸ਼ੁਰੂ ਕਰਦੇ ਨੇ ਤੇ ਜਪਦਿਆਂ ਜਪਦਿਆਂ ਉਸ ਪਰਮਾਤਮਾ ਵਿੱਚ ਅਭੇਦ ਹੋ ਜਾਂਦੇ ਨੇ, ਉਸ ਪ੍ਰਭੂ ਦੇ ਵਿੱਚ ਲੀਨ ਹੋ ਜਾਂਦੇ ਨੇ। ਸਤਿਗੁਰੂ ਜੀ ਨੇ ਆਖਿਆ, ਸਾਰੀ ਜ਼ਿੰਦਗੀ ਵਿਸ਼ੇ ਵਿਕਾਰਾਂ ਵਿੱਚ ਗਵਾ ਲਈ ਤੇ ਪਰਮਾਤਮਾ ਦਾ ਸਿਮਰਨ ਨਾ ਕੀਤਾ। ਹੁਣ ਸਮਾਂ ਖੁੰਝ ਜਾਣ ਤੇ, ਸਮਾਂ ਵਿਹਾ ਜਾਣ ਤੇ ਕੁਝ ਵੀ ਨਹੀਂ ਹੋ ਸਕਦਾ, ਕੇਵਲ ਪੱਲੇ ਪਛਤਾਵਾ ਰਹਿ ਜਾਂਦਾ ਏ। ਠੀਕ ਉਸੇ ਤਰ੍ਹਾਂ ਜਿੱਦਾਂ ਆਪਾਂ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਜਾਣਾ ਹੋਵੇ ਤੇ ਰੇਲ ਗੱਡੀ ਤੇ ਆਪਾਂ ਸਵਾਰੀ ਕਰਨੀ ਹੈ, ਜੇ 2 ਮਿੰਟ ਵੀ ਆਪਾਂ ਲੇਟ ਹੋ ਗਏ ਤੇ ਉਹ ਗੱਡੀ ਨਿਕਲ ਜਾਂਦੀ ਹੈ। ਮਨੁੱਖ ਸਟੇਸ਼ਨ ਤੇ ਖਲੋਂਦਾ ਤੇ ਉੱਥੇ ਹੱਥ ਮਲਦਾ ਹੈ, ਪਛਤਾਉਂਦਾ ਏ, ਕੇਵਲ ਪਛਤਾਵਾ ਹੀ ਰਹਿ ਜਾਂਦਾ ਹੈ, ਹੋਰ ਕੋਈ ਚਾਰਾ ਨਹੀਂ ਹੁੰਦਾ। ਇਸੇ ਤਰ੍ਹਾਂ ਇਹ ਮਨੁੱਖਾ ਜਨਮ ਮਿਲਿਆ, ਜਦੋਂ ਇਹ ਸਾਰਾ ਜੀਵਨ ਬਤੀਤ ਹੋ ਜਾਂਦਾ ਹੈ ਤੇ ਮਨੁੱਖ ਫਿਰ ਪਛਤਾਉਂਦਾ ਵਾ ਕਿ ਮੈਂ ਪ੍ਰਮਾਤਮਾ ਦਾ ਨਾਮ ਕਿਉਂ ਨਹੀਂ ਜਪਿਆ। ਕਵਨ ਕਾਜ ਸਿਰਜੇ ਜਗ ਭੀਤਰ, ਜਨਮ ਕਵਨ ਫਲ ਪਾਇਆ, ਭਾਵਨਿਤ ਤਰਨ ਤਾਰਨ ਚਿੰਤਾ ਮਨ, ਇੱਕ ਨਿਮਖ ਨਾ ਇਹ ਮਨ ਲਾਇਆ। ਜਿਹੜਾ ਸੰਸਾਰ ਸਮੁੰਦਰ ਤੋਂ ਤਾਰਨ ਵਾਲਾ ਪ੍ਰਮਾਤਮਾ ਸੀ, ਉਹਦੇ ਵਿੱਚ ਚੇਤੀ ਨਾ ਜੋੜਿਆ। ਇਹ ਕਦੇ ਵਿਚਾਰ ਹੀ ਨਹੀਂ ਕੀਤੀ ਵੀ ਕਾਹਦੇ ਵਾਸਤੇ ਸੰਸਾਰ ਤੇ ਆਏ, ਕੀ ਖਟਿਆ ਇੱਥੇ ਆ ਕੇ, ਕਦੇ ਵਿਚਾਰ ਹੀ ਨਹੀਂ ਕੀਤੀ। ਪਰ ਤਨ ਪਰ ਧਨ ਪਰਤੀ ਨਿੰਦਾ, ਪਰ ਪਬਾਦ ਨਾ ਛੂਟੇ, ਆਵਾ ਗਾਉਣ ਹੋਤ ਹੈ ਫੁਨ ਫੁਨ, ਇਹ ਪ੍ਰਸੰਗ ਨਾ ਟੁੱਟੇ। ਪਰਾਏ ਤਨ ਦੀ ਲਾਲਸਾ, ਪਰਾਏ ਧਨ ਦੀ ਲਾਲਸਾ, ਪਰਾਈ ਨਿੰਦਿਆ ਸਾਡੇ ਜੀਵਨ ਵਿੱਚ ਆ ਗਈ ਤੇ ਕੀ ਹੋਇਆ, ਮਨੁੱਖ ਦਾ ਜਨਮ ਮਰਨ ਦਾ ਗੇੜ ਜਿਹੜਾ ਸੀ ਨਾ, ਖਤਮ ਹੀ ਨਾ ਹੋਇਆ। ਵਾਰ-ਵਾਰ ਜਨਮ ਲਿਆ, ਵਾਰ-ਵਾਰ ਮੌਤ ਆਈ। ਜੇ ਘਰ ਕਥਾ ਹੋਤ ਹਰ ਸੰਤਨ, ਇੱਕ ਨਿਮਖ ਨਾ ਕੀਨੋ ਮੈਂ ਫੇਰਾ। ਜਿੱਥੇ ਸਤ ਸੰਗਤ ਵਿੱਚ ਪਰਮਾਤਮਾ ਦੇ ਨਾਮ ਦੀ ਗੱਲ ਹੁੰਦੀ ਸੀ, ਉੱਥੇ ਤਾਂ ਕਦੇ ਫੇਰਾ ਹੀ ਨਹੀਂ ਮਾਰਿਆ, ਉੱਥੇ ਤਾਂ ਕਦੇ ਬੈਠਣਾ ਹੀ ਨਹੀਂ ਕੀਤਾ। ਲੰਪਟ ਚੋਰ ਦੂਤ ਮਤਵਾਰੇ, ਤਿੰਨ ਸੰਗ ਸਦਾ ਬਸੇਰਾ। ਆ ਵਿਸ਼ੀ ਮਨੁੱਖਾਂ ਦੀ ਸੰਗਤ ਕਰਦਾ ਰਿਹਾ, ਚੋਰਾਂ ਦੀ ਸੰਗਤ ਕਰਦਾ ਰਿਹਾ, ਸ਼ਰਾਬੀਆਂ ਨਸ਼ੇ ਕਰਨ ਵਾਲਿਆਂ ਦੀ ਸੰਗਤ ਕਰਦਾ ਰਿਹਾ। ਤੇ ਕੀ ਹੋਇਆ, ਅੰਤ ਸਮਾਂ ਆਇਆ ਤੇ ਪਛਤਾਵਾ ਪੱਲੇ ਰਹਿ ਗਿਆ। ਹੱਥ ਮਰੋੜੈ ਤਨ ਕੱਪੇ, ਸਿਆਹੋ ਹੋਆ ਸੇਤ। ਫਿਰ ਇਹਦਾ ਇੱਕ ਰੰਗ ਆਉਂਦਾ ਤੇ ਇੱਕ ਜਾਂਦਾ ਵਾ। ਸਤਿਗੁਰੂ ਅੱਗੇ ਕਹਿੰਦੇ, ਕਾਲ ਫਾਂਸ ਜਬ ਘਰ ਮੈਂ ਮੇਲੀ, ਤੇ ਸੁਧ ਸਭ ਬਿਸਰਾਈ। ਜਦੋਂ ਮੌਤ ਦੀ ਫਾਹੀ ਇਹਦੇ ਗਲ ਵਿੱਚ ਪਾ ਦਿੱਤੀ ਨਾ, ਜਦੋਂ ਮੌਤ ਦੀ ਫਾਹੀ ਪਈ ਗਲ ਦੇ ਵਿੱਚ ਤੇ ਸਾਰੀ ਸੁੱਧ ਬੁੱਧ ਹੀ ਭੁੱਲ ਗਈ। ਜਦੋਂ ਸਾਹਮਣੇ ਮੌਤ ਦਿਸੀ ਤੇ ਸਾਰਾ ਕੁਝ ਹੀ ਭੁੱਲ ਗਿਆ। ਮੌਤ ਹਰ ਇੱਕ ਨੂੰ ਆਉਣੀ ਹੈ, ਇਹ ਸਰੀਰਕ ਮੌਤ ਹਰ ਇੱਕ ਨੂੰ ਆਉਣੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਜਿਨ੍ਹਾਂ ਨੇ ਨਾਮ ਜਪਿਆ, ਜਿਨ੍ਹਾਂ ਨੇ ਸਿਮਰਨ ਕੀਤਾ, ਉਹ ਤੇ ਉਡੀਕਦੇ ਨੇ ਕਿ ਕਦੋਂ ਅਸੀਂ ਰੱਬ ਦੇ ਘਰ ਵਿੱਚ ਪ੍ਰਵਾਨ ਹੋਈਏ। ਆ ਜਿੰਨੇ ਸਵਾਸ ਦਿੱਤੇ ਨੇ, ਉਹਨਾਂ ਨੂੰ ਪਤਾ ਵਾ ਕਿ ਅਸੀਂ ਉਸ ਪਰਮਾਤਮਾ ਦੇ ਕਹੇ ਅਨੁਸਾਰ ਇਸ ਸੰਸਾਰ ਦੇ ਵਿੱਚ ਨਾਮ ਜਪਿਆ, ਸਿਫਤ ਕੀਤੀ, ਪਰ ਇੱਕ ਉਹ ਨੇ ਜਿਹੜੇ ਕਹਿੰਦੇ ਮੌਤ ਹੀ ਨਾ ਆਵੇ। ਰੱਬ ਨੂੰ ਕੀ ਮੂੰਹ ਵਿਖਾਇਆ ਜਾਏਗਾ ਜਾ ਕੇ, ਵੀ ਜਿਹੜੀ ਸਵਾਸਾਂ ਦੀ ਪੂੰਜੀ ਲੈ ਕੇ ਗਏ ਸਾਂ ਉਹ ਵੀ ਗਵਾ ਆਏ, ਲਾਭ ਤੇ ਕੀ ਖਟਣਾ ਸੀ। ਕਿਉਂਕਿ ਹੁਕਮ ਕੀਤਾ, ਵਣਜ ਕਰੋ ਵਣਜਾਰਿਓ, ਵਖਰ ਲਿਓ ਸਮਾਲ, ਤੈਸੀ ਵਸਤ ਵਿਸਾਈ ਹੈ ਜੈਸੀ ਨਿਭੈ ਨਾਲ। ਤੇ ਉਹ ਸੀ ਨਾਮ ਵਸਤੂ, ਉਹਦਾ ਤੇ ਵਪਾਰ ਨਹੀਂ ਕੀਤਾ, ਹੋਰ ਵਪਾਰਾਂ ਵਿੱਚ ਬੜੀ ਤਰੱਕੀ ਕੀਤੀ, ਪਰ ਇਸ ਪੱਖੋਂ ਖਾਲੀ ਰਹਿ। ਕਹਿੰਦੇ ਮਨੁੱਖ ਮੌਤ ਤੋਂ ਡਰਦਾ ਹੈ, ਹਰ ਮਨੁੱਖ ਡਰਦਾ ਹੈ, ਪਰ ਇਹ ਅਟੱਲ ਸਚਾਈ ਹੈ ਕਿ ਮੌਤ ਸਭ ਨੂੰ ਆਉਣੀ ਹੈ। ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਕਹਿੰਦੇ ਰੋਟੀ ਖਾਂਦਿਆਂ ਖਾਂਦਿਆਂ ਹੀ ਮੌਤ ਹੋ ਗਈ,
ਰਾਤ ਨੂੰ ਸੁੱਤਾ ਹੈ, ਦਿਨੇ ਉੱਠਿਆ ਹੀ ਨਹੀਂ। ਗੱਲਾਂ ਕਰਦਿਆਂ ਕਰਦਿਆਂ ਹੀ ਚਲੇ ਗਿਆ। ਇੱਕ ਉਹ ਹੈ ਜਿਹੜਾ ਮੰਜੀ ਦੇ ਉੱਤੇ ਰੜਕਦਾ ਪਿਆ ਏ। ਪਰਿਵਾਰ ਵਾਲੇ ਵੀ ਕਹਿੰਦੇ ਨੇ ਕਿ ਅਸੀਂ ਸੇਵਾ ਕਰਕੇ ਥੱਕ ਗਏ ਹਾਂ। ਉਹ ਮੌਤ ਮੰਗਦਾ ਹੈ, ਉਹਨੂੰ ਮੌਤ ਨਹੀਂ ਆਉਂਦੀ, ਪਰ ਦੁੱਖਾਂ ਵਿੱਚ ਜਕੜਿਆ ਹੋਇਆ ਹੈ। ਕਹਿੰਦੇ ਜਦੋਂ ਮੌਤ ਦੀ ਫਾਹੀ ਗਲ ਵਿੱਚ ਪਈ ਤੇ ਸਾਰਾ ਕੁਝ ਭੁੱਲ ਗਿਆ, ਇਹਦਾ ਰੰਗ ਹੀ ਬਦਲ ਗਿਆ। ਇੱਕ ਮਨੁੱਖ ਨੇ ਇੱਕ ਸਾਧੂ ਨੂੰ ਸਵਾਲ ਕੀਤਾ। ਉਹ ਕਹਿਣ ਲੱਗਾ ਵੀ ਮੈਨੂੰ ਦੱਸੋ, ਇਹ ਧਨ ਪਦਾਰਥ ਵੇਖ ਕੇ ਤੁਹਾਡੇ ਅੰਦਰ ਲਾਲਸਾ ਪੈਦਾ ਨਹੀਂ ਹੁੰਦੀ? ਤੁਹਾਡਾ ਮਨ ਡੋਲਦਾ ਨਹੀਂ? ਇਹ ਰੂਪ ਰੰਗ ਵੇਖ ਕੇ ਸੰਸਾਰ ਦਾ ਤੁਹਾਡਾ ਮਨ ਡੋਲਦਾ ਨਹੀਂ? ਉਹ ਕਹਿਣ ਲੱਗੇ ਵੀ ਸਵਾਲ ਦਾ ਜਵਾਬ ਤੇਰਾ ਜ਼ਰੂਰ ਦਿੰਨੇ ਆ, ਪਰ ਕੱਲ ਜਦੋਂ ਤੂੰ ਅਚਾਨਕ ਹੀ ਮੇਰੇ ਵੱਲ ਹੱਥ ਕਰਕੇ ਇਸ ਤਰ੍ਹਾਂ ਗੱਲਾਂ ਕਰ ਰਿਹਾ ਸੀ ਤੇ ਮੈਂ ਅੰਦਾਜ਼ਾ ਲਾਇਆ ਵੀ 10 ਦਿਨਾਂ ਨੂੰ ਤੇਰੀ ਮੌਤ ਹੋ ਜਾਣੀ ਹੈ। ਉਹ ਕਹਿਣ ਲੱਗਾ ਵੀ ਬਿਲਕੁਲ ਸੱਚ ਹੈ। ਕਹਿਣ ਲੱਗੇ ਬਿਲਕੁਲ ਸੱਚ ਹੈ। ਕਹਿੰਦੇ ਸਵਾਲ ਦਾ ਜਵਾਬ ਸੁਣ ਲੈ। ਉਹ ਕਹਿੰਦਾ ਛੱਡੋ ਪਰੇ, ਮੇਰੀ ਮੌਤ ਆਉਂਦੀ ਪਈ ਹੈ, ਤੁਹਾਨੂੰ ਸਵਾਲ ਦੀ ਪਈ ਹੈ। ਮੈਂ ਤੁਹਾਡੇ ਤੋਂ ਕੀ ਲੈਣਾ ਹੈ? ਮੈਂ ਘਰ ਚੱਲਿਆ, ਘਰ ਜਾ ਕੇ ਘਰ ਵਾਲਿਆਂ ਨਾਲ ਗੱਲ ਕੀਤੀ ਹੈ। ਹੁਣ ਜਿਉਂ-ਜਿਉਂ ਦਿਨ ਘਟਦੇ ਜਾਂਦੇ ਨੇ ਇਹਦਾ ਸਰੀਰ ਕਮਜ਼ੋਰ ਹੋਈ ਜਾਂਦਾ ਹੈ। ਨਾ ਇਹਨੂੰ ਘਰ ਦੇ ਜੀ ਚੰਗੇ ਲੱਗਦੇ ਨੇ, ਨਾ ਇਹਨੂੰ ਭੋਜਨ ਸਵਾਦ ਲੱਗਦਾ ਏ। ਜਦੋਂ ਇੱਕ ਦਿਨ ਬਾਕੀ ਰਹਿ ਗਿਆ ਤੇ ਉਹ ਨਾਮ ਰਸੀਏ ਇਹਦੇ ਘਰ ਗਏ ਤੇ ਆਖਿਆ ਵੀ ਢਿੱਲੇ ਮੂੰਹ ਬਣਾ ਕੇ, ਉਦਾਸੀ ਜਿਹੜੀ ਚਿਹਰਿਆਂ ਦੇ ਉੱਤੇ, ਇਸ ਤਰ੍ਹਾਂ ਕਿਉਂ ਬੈਠੇ ਹੋਏ ਹੋ? ਕੀ ਕਾਰਨ ਹੈ? ਉਹਨਾਂ ਇਸ਼ਾਰਾ ਕੀਤਾ ਵੀ ਇਹ ਜਿਹੜਾ ਮਨੁੱਖ ਕੱਪੜਾ ਲੈ ਕੇ ਮੰਜੇ ਤੇ ਪਿਆ ਹੋਇਆ, ਇਹਨੇ ਕੱਲ ਮਰ ਜਾਣਾ, ਇਹਦੀ ਮੌਤ ਹੋ ਜਾਣੀ ਹੈ। ਤੇ ਉਹਨਾਂ ਨੇ ਕੱਪੜਾ ਲਾਹ ਕੇ ਉਹਦੇ ਕੰਨ ਵਿੱਚ ਆਖਿਆ ਤੂੰ ਮਰੇਗਾ ਨਹੀਂ, ਤੇਰੀ ਮੌਤ ਨਹੀਂ ਹੋਣੀ। ਕਹਿਣ ਲੱਗੇ ਫਿਰ ਤੁਸੀਂ ਝੂਠ ਕਿਹਾ ਸੀ। ਕਹਿਣ ਲੱਗੇ ਕਿਹਾ ਤੇ ਝੂਠ ਸੀ, ਪਰ ਝੂਠ ਵੀ ਸੱਚ ਵਰਗਾ ਸੀ। ਕਹਿਣ ਲੱਗੇ ਇੱਕ ਗੱਲ ਦੱਸ, ਜਿਸ ਦਿਨ ਦਾ ਤੈਨੂੰ ਪਤਾ ਲੱਗਾ ਵੀ ਮੇਰੀ ਮੌਤ ਆ ਜਾਣੀ ਹੈ, ਤੂੰ ਧਨ ਦੇ ਨਾਲ ਪਿਆਰ ਕੀਤਾ? ਤੂੰ ਕੋਈ ਐਸ਼ੋ ਆਰਾਮ ਦੇ ਵਿੱਚ ਜੀਵਨ ਬਤੀਤ ਕੀਤਾ? ਕਹਿਣ ਲੱਗਾ ਮੈਂ ਤੇ ਪਹਿਲੀਆਂ ਗਲਤੀਆਂ ਦੀ ਮਾਫੀ ਮੰਗੀ ਜਾ ਰਿਹਾ ਸੀ, ਮੈਂ ਹੋਰ ਕੀ ਐਸ਼ੋ ਆਰਾਮ ਵਿੱਚ ਚਿੱਤ ਲਾਉਣਾ ਸੀ। ਮੈਨੂੰ ਤੇ ਮਾਇਆ ਵੀ ਚੰਗੀ ਨਹੀਂ ਸੀ ਲੱਗਦੀ ਤੇ ਘਰ ਵਾਲੇ ਵੀ ਚੰਗੇ ਨਹੀਂ ਸਨ ਲੱਗਦੇ, ਇੱਥੋਂ ਤੱਕ ਕਿ ਮੈਨੂੰ ਭੋਜਨ ਵੀ ਸਵਾਦ ਨਹੀਂ ਸੀ ਲੱਗਦਾ। ਕੇਵਲ ਮੌਤ ਹੀ ਯਾਦ ਸੀ ਜਾਂ ਮੈਂ ਰੱਬ ਦੇ ਅੱਗੇ ਬੇਨਤੀਆਂ ਕਰਦਾ ਸੀ। ਉਹ ਜੁੜੀ ਹੋਈ ਰੂਹ ਨੇ ਆਖਿਆ ਬਸ ਇਹੀ ਤੇਰੇ ਸਵਾਲ ਦਾ ਜਵਾਬ ਹੈ। ਅਸੀਂ ਜਿਸ ਦਿਨ ਤੋਂ ਸੰਸਾਰ ਵਿੱਚ ਆਏ ਹਾਂ, ਸਾਨੂੰ ਉਸ ਦਿਨ ਤੋਂ ਹੀ ਮੌਤ ਯਾਦ ਹੈ, ਤੇ ਜਦੋਂ ਮੌਤ ਯਾਦ ਹੋਵੇ ਫਿਰ ਕਿਸੇ ਧਨ ਦੇ ਵਿੱਚ ਲਾਲਸਾ ਨਹੀਂ ਹੁੰਦੀ। ਮਨੁੱਖ ਨੇ ਕੀ ਕਰਨਾ ਹੈ? ਮੌਤ ਨੂੰ ਯਾਦ ਰੱਖਣਾ ਹੈ। ਜਦੋਂ ਮੌਤ ਯਾਦ ਰਹੇਗੀ ਤੇ ਰੱਬ ਚੇਤੇ ਰਹੇਗਾ। ਜੇ ਰੱਬ ਚੇਤੇ ਰਹੇਗਾ ਤੇ ਜੀਵਨ ਸਫਲ ਹੋ ਜਾਵੇਗਾ। ਸਤਿਗੁਰੂ ਕਹਿੰਦੇ ਮੌਤ ਆਉਂਦੀ ਹੈ ਤੇ ਸਾਰੀ ਸੁੱਧ ਬੋਧੀ ਇਹਨੂੰ ਵਿਸਰ ਜਾਂਦੀ ਹੈ। ਫਿਰ ਅੱਗੇ ਕਹਿੰਦੇ RAM ਨਾਮ ਬਿਨ ਯਾ ਸੰਕਟ ਮੈਂ ਕੋ ਅਬ ਹੋਤ ਸਹਾਈ। ਕਹਿੰਦੇ ਇਸ ਬਿਪਤਾ ਦੇ ਸਮੇਂ ਦੇ ਵਿੱਚ ਕੌਣ ਸਹਾਇਤਾ ਕਰ ਸਕਦਾ ਹੈ ਪਰਮਾਤਮਾ ਦੇ ਨਾਮ ਤੋਂ ਬਿਨਾਂ? ਕੇਵਲ ਪਰਮਾਤਮਾ ਦਾ ਨਾਮ ਹੈ ਜਿਹੜਾ ਇਸ ਵੇਲੇ ਮਨੁੱਖ ਦੀ ਸਹਾਇਤਾ ਕਰਦਾ ਹੈ। ਉਥੇ ਨਾ ਤਾਂ ਕੋਈ ਮਾਤਾ ਪਿਤਾ, ਨਾ ਭੈਣ ਭਾਈ, ਕੋਈ ਵੀ ਮਨੁੱਖ ਦੀ ਸਹਾਇਤਾ ਨਹੀਂ ਕਰਦਾ। ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਉਹਾਂ ਨਾਮ ਤੇਰੇ ਸੰਗ ਸਹਾਈ। ਉਥੇ ਨਾਮ ਨੇ ਤੇਰੀ ਸਹਾਇਤਾ ਕਰਨੀ ਹੈ, ਨਾਮ ਨੇ ਤੇਰਾ ਸਾਥ ਦੇਣਾ ਵਾ। ਇਸ ਵਾਸਤੇ ਭਾਈ ਪਰਮਾਤਮਾ ਦਾ ਨਾਮ ਜਪਿਆ ਕਰ। ਇਹ ਜਿੰਨੇ ਵੀ ਰਿਸ਼ਤੇਦਾਰ ਨੇ, ਇਹ ਕੋਈ ਵੀ ਮਨੁੱਖ ਦੇ ਨੇੜੇ ਨਹੀਂ ਢੁਕਦਾ, ਕੋਈ ਸਹਾਇਤਾ ਨਹੀਂ ਕਰ ਸਕਦਾ। ਜਦੋਂ ਸੰਕਟ ਆਉਂਦਾ ਹੈ, ਜਦੋਂ ਵਿਪਤਾ ਆਉਂਦੀ ਹੈ,
ਕਿਉਂ ਅਸੀਂ ਪਰਮਾਤਮਾ ਦਾ ਨਾਮ ਜਪਦੇ ਹਾਂ? ਕਿਉਂ ਕਹਿੰਦੇ ਆ ਚੌਪਈ ਸਾਹਿਬ ਦਾ ਪਾਠ ਕਰੋ, ਜਪਜੀ ਸਾਹਿਬ ਦਾ ਪਾਠ ਕਰੋ, ਮੂਲ ਮੰਤਰ ਗੁਰ ਮੰਤਰ ਦਾ ਜਾਪ ਕਰੋ? ਕਿਉਂਕਿ ਸਾਨੂੰ ਸਮਝ ਆਇਆ ਕਿ ਦੁੱਖਾਂ ਵਿੱਚੋਂ ਬਚਾਉਣ ਵਾਲਾ ਹੀ ਇਹ ਹੈ, ਤੇ ਜਿਹੜਾ ਜੁੜ ਜਾਂਦਾ ਵਾ ਉਹਦਾ ਦੁੱਖਾਂ ਤੋਂ ਛੁਟਕਾਰਾ ਹੁੰਦਾ ਹੈ, ਉਹਦਾ ਮੁਸੀਬਤ ਦੇ ਵਿੱਚ ਇਹ ਪ੍ਰਮਾਤਮਾ ਦਾ ਨਾਮ ਸਹਾਈ ਬਣਦਾ ਹੈ। ਹਰ ਕੋ ਨਾਮ ਸਦਾ ਸੁਖਦਾਈ, ਕੱਲ੍ਹ ਆਪ ਜੀ ਨੇ ਸਰਵਣ ਕੀਤਾ, ਜਾਂ ਕੋ ਸਿਮਰ ਅਜਾਮਲ ਉਧਰਿਓ ਗਣਕਾ ਹੂੰ ਗਤ ਪਾਈ। ਵੱਡੇ ਵੱਡੇ ਪਾਪੀ ਜਿਹੜੇ ਸਨ ਉਹ ਪ੍ਰਮਾਤਮਾ ਦਾ ਨਾਮ ਸਿਮਰ ਕੇ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ। ਜੋ ਸੰਪਤ ਆਪਣੀ ਕਰ ਮਾਨੀ, ਛਿਨ ਮੈਂ ਭਈ ਪਰਾਈ। ਕਹਿੰਦੇ ਜਿਹੜੀ ਸੰਪਤੀ, ਜਿਹੜੀ ਜਾਇਦਾਦ ਮਨੁੱਖ ਨੇ ਆਪਣੀ ਮੰਨੀ ਸੀ ਕਿ ਇਹ ਮੇਰਾ ਘਰ ਹੈ, ਇਹ ਮੇਰੀ ਪ੍ਰਾਪਰਟੀ ਹੈ, ਮੌਤ ਆਉਣ ਤੇ ਛਿਨ ਦੇ ਵਿੱਚ ਉਹ ਪਰਾਈ ਹੋ ਜਾਂਦੀ ਹੈ, ਉਹ ਨਾਲ ਨਹੀਂ ਨਿਭਦੀ। ਜੇ ਨਿਭਦੀ ਹੁੰਦੀ ਤੇ ਦੁਨੀ ਚੰਦ ਕਦੇ ਸੂਈ ਵਾਪਸ ਕਰਨ ਨਾ ਆਉਂਦਾ। ਇੱਥੋਂ ਤੱਕ ਕਿ ਸਾਡਾ ਸਰੀਰ ਵੀ ਨਾਲ ਨਹੀਂ ਜਾਣਾ। ਸਹਾਇਤਾ ਕੇਵਲ ਪ੍ਰਮਾਤਮਾ ਦੇ ਨਾਮ ਨੇ ਕਰਨੀ ਹੈ, ਪ੍ਰਭੂ ਨੇ ਕਰਨੀ ਹੈ। ਸਤਿਗੁਰੂ ਕਹਿੰਦੇ ਕੋਈ ਜਾਣੈ ਕਵਨ ਇਹਾਂ ਜਗ ਮੀਤ। ਕੋਈ ਵਿਰਲਾ ਜਾਣਦਾ ਵੀ ਸੰਸਾਰ ਦੇ ਵਿੱਚ ਅਸਲੀ ਮਿੱਤਰ ਕੌਣ ਹੈ, ਨਾਲ ਨਿਭਣ ਵਾਲਾ। ਸਤਿਗੁਰੂ ਜੀ ਨੇ ਕਿਹਾ ਸੀ ਨਾ, ਸੱਜਣ ਸਈ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ। ਕੋਈ ਜਾਣੈ ਕਵਨ ਇਹਾਂ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਬਿਦ ਬੁੱਝੈ ਤਾਕੀ ਨਿਰਮਲ ਰੀਤ। ਜਿਹਦੇ ਉੱਤੇ ਪ੍ਰਮਾਤਮਾ ਕਿਰਪਾਲੂ ਹੁੰਦਾ ਵਾ, ਉਹਨੂੰ ਸਮਝ ਆਉਂਦੀ ਹੈ, ਉਹਦੀ ਜੀਵਨ ਜੁਗਤ ਨਿਰਮਲ ਹੋ ਜਾਂਦੀ ਹੈ। ਤੇ ਫਿਰ ਰਿਸ਼ਤਿਆਂ ਦੀ ਗਿਣਤੀ ਕਰਵਾ ਦਿੱਤੀ। ਮਾਤ ਪਿਤਾ ਬਣਤਾ ਸੁਤ ਬੰਧਪ, ਇਸ਼ਟ ਮੀਤ ਅਰ ਭਾਈ। ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤੈ ਕੋ ਨਾ ਸਹਾਈ। ਇਹ ਪੂਰਬਲੇ ਸੰਜੋਗ ਕਰਕੇ ਇੱਥੇ ਮਿਲਾਪ ਹੋਇਆ ਵਾ, ਪਰ ਅੰਤ ਸਮੇਂ ਕੋਈ ਵੀ ਸਹਾਈ ਨਹੀਂ ਬਣ ਸਕਦਾ। ਫਿਰ ਧਨ ਪਦਾਰਥ ਦੀ ਗੱਲ ਕੀਤੀ। ਮੁਕਤ ਮਾਲ ਕਨਕ ਲਾਲ ਹੀਰਾ, ਮਨ ਰੰਜਨ ਕੀ ਮਾਇਆ। ਆ ਮੋਤੀਆਂ ਦੀਆਂ ਮਾਲਾ, ਇਹ ਸੋਨਾ ਲਾਲ ਹੀਰੇ, ਇਹ ਮਨ ਨੂੰ ਲੁਭਾਉਣ ਵਾਲੀ ਮਾਇਆ। ਹਾਂ ਹਾਂ ਕਰਤ ਬਿਹਾਨੀ ਅਵਦੈ, ਤਾਂ ਮੈਂ ਸੰਤੋਖ ਨਾ ਪਾਇਆ। ਇਹਨਾਂ ਵਿੱਚ ਲੱਗ ਕੇ ਮਨੁੱਖ ਦੀ ਉਮਰ ਹਾਏ ਹਾਏ ਕਰਦਿਆਂ ਹੀ ਬਤੀਤ ਹੋ ਜਾਂਦੀ ਹੈ, ਸੰਤੋਖ ਪ੍ਰਾਪਤ ਨਹੀਂ ਹੁੰਦਾ। ਜੇ ਰੱਬ ਚੇਤੇ ਹੈ ਤੇ ਮਾਇਆ ਸੁਖਦਾਈ ਹੋ ਜਾਂਦੀ ਹੈ, ਜੇ ਰੱਬ ਭੁੱਲਿਆ ਹੋਇਆ ਤੇ ਮਾਇਆ ਦੁਖਦਾਈ ਹੁੰਦੀ ਹੈ। ਫਿਰ ਕਹਿੰਦੇ ਹਸਤ ਰਥ ਅਸਵ ਪਵਨ ਤੇਜ, ਧਣੀ ਭੂਮਣ ਚਤਰੰਗਾ। ਹਾਥੀ ਰਥ ਘੋੜੇ ਐਸੇ ਵੀ ਹਵਾ ਨੂੰ ਵੀ ਮਾਤ ਪਾ ਦਿੰਦੇ ਨੇ, ਹਵਾ ਨਾਲੋਂ ਵੀ ਤੇਜ਼ ਦੌੜਨ ਵਾਲੇ। ਫਿਰ ਬਹੁਤ ਧਨ ਪਦਾਰਥ ਦਾ ਮਾਲਕ ਹੋਵੇ, ਜ਼ਮੀਨ ਦਾ ਮਾਲਕ ਹੋਵੇ, ਮਨੁੱਖ ਰਾਜਾ ਹੋਵੇ ਤੇ ਉਹਦੇ ਕੋਲ 4 ਤਰ੍ਹਾਂ ਦੀ ਸੈਨਾ ਹੋਵੇ। ਪੈਦਲ ਚੱਲਣ ਵਾਲੀ, ਹਾਥੀਆਂ ਤੇ, ਘੋੜਿਆਂ ਤੇ, ਰਥਾਂ ਤੇ। ਸੰਗ ਨਾ ਚਾਲਿਓ ਇਨ ਮੈਂ ਕਛੂ ਹੈ, ਊਠ ਸਧਾਇਓ ਨਾਂਗਾ। ਇਹਨਾਂ ਵਿੱਚੋਂ ਕੁਝ ਵੀ ਮਨੁੱਖ ਦੇ ਨਾਲ ਨਹੀਂ ਜਾਂਦਾ। ਮਨੁੱਖ ਨੰਗਾ ਹੀ ਇਸ ਸੰਸਾਰ ਤੋਂ ਤੁਰਦਾ ਹੈ। ਤੇ ਫਿਰ ਨਾਲ ਕੀ ਜਾਣੇ? ਹਰ ਕੇ ਸੰਤ ਪ੍ਰੇ ਪ੍ਰੀਤਮ ਪ੍ਰਭ ਕੇ, ਤਾਂ ਕੈ ਹਰ ਹਰ ਗਾਈਐ। ਨਾਨਕ ਇਹਾਂ ਸੁਖ ਆਗੈ ਮੁਖ ਉਜਲ, ਸੰਗ ਸੰਤਨ ਕੈ ਪਾਈਐ। ਜਦੋਂ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਬਹਿ ਕੇ, ਗੁਰੂ ਦੀ ਸੰਗਤ ਵਿੱਚ ਬਹਿ ਕੇ ਆਪਾਂ ਪ੍ਰਮਾਤਮਾ ਦੀ ਸਿਫਤ ਸਲਾਹ ਕਰਾਂਗੇ, ਇਸ ਲੋਕ ਵਿੱਚ ਤੇ ਪਰਲੋਕ ਵਿੱਚ ਮੁਖ ਉਜਲਾ ਹੋਵੇਗਾ। ਜੋ ਸੰਪਤ ਆਪਣੀ ਕਰ ਮਾਨੀ, ਛਿਨ ਮੈਂ ਭਈ ਪਰਾਈ। ਉਹ ਛਿਨ ਦੇ ਵਿੱਚ ਪਰਾਈ ਹੋ ਜਾਂਦੀ। ਕਹੋ ਨਾਨਕ ਯੈ ਸੋਚ ਰਹੀ ਮਨ, ਹਰ ਜਸ ਕਬਹੁ ਨਾ ਗਾਈ। ਕਹਿੰਦੇ ਮਨ ਦੇ ਵਿੱਚ ਫਿਰ ਮਨੁੱਖ ਦੇ ਇਹ ਸੋਚ ਆਉਂਦੀ, ਅਖੀਰ ਤੇ ਜਾ ਕੇ ਇਹ ਪਛਤਾਵਾ ਹੁੰਦਾ ਵਾ, ਇਹ ਧਿਆਨ ਹੁੰਦਾ ਵਾ
ਕਿ ਮੈਂ ਪਰਮਾਤਮਾ ਦੀ ਸਿਫਤ ਸਲਾਹ ਕਦੇ ਨਹੀਂ ਕੀਤੀ। ਮੈਨੂੰ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਸੀ। ਮੈਨੂੰ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਸੀ। ਜਿਸ ਮਨੁੱਖਾ ਦੇਹੀ ਨੂੰ ਦੇਵਤੇ ਤਰਸਦੇ ਨੇ, ਤੈਨੂੰ ਉਹ ਮਨੁੱਖਾ ਦੇਹੀ ਪ੍ਰਾਪਤ ਹੋਈ, ਤੇ ਫਿਰ ਵੀ ਪਰਮਾਤਮਾ ਦਾ ਨਾਮ ਨਾ ਸਿਮਰੇ ਤੇ ਬੜੀ ਵੱਡੀ ਬਦਕਿਸਮਤੀ ਜਾਣ। ਇਥੇ ਤੇ ਆਪ ਜਪੋ ਅਵਰੈ ਨਾਮ ਜਪਾਵੋ। ਆਪ ਜਪਣਾ ਸੀ, ਦੂਜਿਆਂ ਨੂੰ ਪ੍ਰੇਰਣਾ ਦੇਣੀ ਸੀ, ਤੇ ਪ੍ਰੇਰਣਾ ਉਹੀ ਦੇਗਾ ਨਾ ਜਿਹਨੇ ਆਪ ਜਪਿਆ ਹੋਵੇ। ਸਤਿਗੁਰੂ ਕਿਰਪਾ ਕਰੇ, ਜਪਦੇ ਰਹੋ, ਜਪਾਉਂਦੇ ਰਹੋ, ਜੁੜੇ ਰਹੋ, ਜੋੜਦੇ ਰਹੋ। ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦਾ ਧੰਨਵਾਦ ਹੈ। ਧੰਨਵਾਦ ਹੈ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ, ਇਸ ਪਾਵਨ ਸਥਾਨ ਦੇ ਹੈੱਡ ਗ੍ਰੰਥੀ ਸਾਹਿਬ, ਜਿਹੜੇ ਪੂਰਨ ਸੰਯੋਗ ਦਿੰਦੇ ਨੇ। ਹੋਈਆਂ ਭੁੱਲਾਂ ਦੀ ਖਿਮਾ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।